ਪੁੱਛਦਾ ਕੀਤਾ ਜੀ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਵੱਲੋਂ, ਹਰਜਾਪ ਸਿੰਘ ਹੋਰਾਂ ਵੱਲੋਂ। ਤੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜਗਜੀਤ ਸਿੰਘ ਲੰਡਨ ਹੋਰੀ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤ੍ਰਿਪਤੀਪਾਲ ਸਿੰਘ ਸਟਾਕਟਨ ਵੱਲੋਂ, ਟ੍ਰੇਸੀ ਤੋਂ ਹਰਜਿੰਦਰ ਸਿੰਘ ਕੱਲ ਵੱਲੋਂ, ਹਾਂਗਕਾਂਗ ਤੋਂ ਤਰਸੇਮ ਬਾਈ ਜੀ ਹੋਰਾਂ ਵੱਲੋਂ। ਸੋ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਸੇ ਤਰ੍ਹਾਂ ਦੇ ਵੀ ਅਕਾਊਂਟਸ ਦੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਨਵਾਂ ਬਿਜ਼ਨਸ ਖੋਲ੍ਹਿਆ, ਬੁੱਕ ਕੀਪਿੰਗ ਹੈ ਜਾਂ ਪੇਰੋਲ ਬਣਾਉਣੇ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਤੇ ਲੋਕਪਾਲ ਸਿੰਘ ਸੋਹਲ ਹੋਰਾਂ ਦੇ ਨਾਲ 2535208886 'ਤੇ ਕਾਲ ਕਰ ਸਕਦੇ ਹੋ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੋਂ ਤੁਸੀਂ ਫੂਡ ਆਰਡਰ ਕਰ ਸਕਦੇ ਹੋ, ਆਨਲਾਈਨ ਡਿਲੀਵਰੀ ਮੰਗਾ ਸਕਦੇ ਹੋ ਜਾਂ ਡਾਈਨ ਇਨ ਵੀ ਕਰ ਸਕਦੇ ਹੋ। ਲੋਕੇਸ਼ਨ ਹੈ 23609104 ਐਵਨਿਊ ਕੈਂਟ। 2063531699 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਨ ਦੇ ਲਈ 206 941 54 54 ਦੇ ਉੱਤੇ ਕਾਲ ਕਰੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਇਹਨਾਂ ਕੋਲੇ ਹਰ ਵਕਤ ਜਿਹੜਾ ਤੁਹਾਡੇ ਰੀਫਰ ਦੀ ਰਿਪੇਅਰ ਦੇ ਲਈ ਸਰਵਿਸਿੰਗ ਟੀਮ ਉਪਲਬਧ ਰਹਿੰਦੀ ਹੈ। 8043728800 'ਤੇ ਕਾਲ ਕਰ ਲਓ। ਲੋਕੇਸ਼ਨ ਇਹਨਾਂ ਦੀ ਰੈਜ਼ੀਡੈਂਸੀ ਰੋਡ ਮਨਾਸਸ 'ਤੇ ਹੈ ਜੀ 10224। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ। 1315 ਵੈਸਟਰਨ ਹਨ ਐਵਨਿਊ ਇੰਡੀਅਨੈਪੋਲਿਸ 'ਚ ਇਹਨਾਂ ਦੀ ਲੋਕੇਸ਼ਨ ਹੈ। 3179797205 ਜਾਂ 6612045818 ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ ਚਲਾਨ ਪੇਸ਼ ਹੋ ਗਿਆ ਕੋਟਕਪੂਰੇ ਵਾਲਾ, ਅਦਾਲਤ ਨੇ ਕਿਸੇ ਨੂੰ ਸੰਮਣ ਭੇਜੇ ਨੇ ਵੀ ਆਓ ਭਾਈ। ਬਿਲਕੁਲ ਸੰਮਣ ਭੇਜਤੇ। ਚਲਾਨ ਪੇਸ਼ ਹੋਣ ਤੋਂ ਬਾਅਦ ਜਿੰਨੇ ਵੀ ਮੁਲਜ਼ਮ ਹੁੰਦੇ ਹੈ ਜੀ ਉਹਨਾਂ ਸਾਰੇ ਮੁਲਜ਼ਮਾਂ ਨੂੰ ਤਲਬ ਕੀਤਾ ਜਾਂਦਾ ਹੈ ਜੀ। ਚਲਾਨ ਦੋ ਕਿਸਮ ਦੇ ਪੇਸ਼ ਹੁੰਦੇ ਹੈ। ਇੱਕ ਚਲਾਨ ਉਹ ਪੇਸ਼ ਹੁੰਦਾ ਹੈ ਜਦੋਂ ਕਿਸੇ ਬੰਦੇ ਦੇ ਖਿਲਾਫ ਕੇਸ ਰਜਿਸਟਰ ਹੋ ਜੇ ਤੇ ਬਕਾਇਦਾ ਉਸ ਕੇਸ ਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਜੇ। ਗ੍ਰਿਫਤਾਰੀ ਹੋਣ ਤੋਂ ਬਾਅਦ ਫਿਰ ਜਦੋਂ ਚਲਾਨ ਪੇਸ਼ ਹੁੰਦਾ ਹੈ ਜੀ, ਕਈ ਵਾਰੀ ਹੁੰਦੀ ਹੈ ਕਿ ਕੱਚੀ ਪੇਸ਼ੀ ਦੀ ਛੋਟ ਮਿਲ ਜਾਂਦੀ ਹੈ ਅਦਾਲਤ ਦੇ ਵਿੱਚੋਂ। ਜੇ ਕੱਚੀ ਪੇਸ਼ੀ ਦੀ ਛੋਟ ਮਿਲ ਜੇ ਤਾਂ ਫਿਰ ਉਹਦੇ ਵਕੀਲ ਨੂੰ ਇਨਫੋਰਮ ਕੀਤਾ ਜਾਂਦਾ ਹੈ ਜਾਂ ਪੁਲਿਸ ਵਾਲੇ ਕਹਿੰਦੇ ਚੱਲ ਭਾਈ ਤੇਰਾ ਚਲਾਨ ਪੇਸ਼ ਕਰਨਾ, ਤੇ ਅਦਾਲਤ ਨਾਲ ਦੀ ਨਾਲ ਪੇਸ਼ੀ ਦੇ ਦਿੰਦੀ ਹੈ ਜੇ ਜ਼ਮਾਨਤ ਹੋਈ ਹੋਵੇ। ਜੇ ਜ਼ਮਾਨਤ ਨਹੀਂ ਹੋਵੇ ਤਾਂ ਫਿਰ ਇੱਕ ਇਹ ਵੀ ਸਿੱਧੀ ਜਾ ਕੇ ਚਾਰਜ ਸ਼ੀਟ ਦਾਇਰ ਕਰ ਦਿੰਦੀ ਹੈ। ਇਸ ਕੇਸ ਦੇ ਵਿੱਚ ਜੇ ਕੁੱਲ ਮਿਲਾ ਕੇ ਆਪਾਂ ਦੇਖੀਏ ਜਿਹੜੀ ਕੋਟਕਪੂਰਾ ਗੋਲੀ ਕਾਂਡ ਹੈ, ਇਸ ਗੋਲੀ ਕਾਂਡ ਦੇ ਵਿੱਚ ਕੁੱਲ ਜਿਹੜੇ ਹੈਗੇ 7 ਮੁਲਜ਼ਮ ਹੈ ਜੀ। 7 ਦੇ ਵਿੱਚੋਂ ਜਿਹੜੇ ਹੈਗੇ ਸੁਮੈਤ ਸਿੰਘ ਸੈਣੀ, ਪਰਮਰਾਜ ਸਿੰਘ ਉਮਰਾ ਨੰਗਲ, SSP ਸੁਖਮੰਦਰ ਸਿੰਘ ਮਾਨ, ਅਮਰ ਸਿੰਘ ਚਹਿਲ, ਚਰਨਜੀਤ ਸਿੰਘ ਸ਼ਰਮਾ ਜਿਹੜਾ ਆਪਣੇ ਉਸ ਵੇਲੇ ਦਾ ਮੋਗਾ ਦਾ SSP ਸੀ, DIG ਅਮਰ ਸਿੰਘ ਚਾਲ, ਇਹਨਾਂ ਸਾਰਿਆਂ ਦੀ ਪਹਿਲਾਂ ਹੀ ਜ਼ਮਾਨਤ ਹੋਈ ਵੀ ਹੈ ਜੀ। 2 ਬੰਦੇ ਜਿਹੜੇ ਇਹਦੇ ਵਿੱਚ ਪਾਏ ਆ ਉਹ ਪਾਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜੀ। ਉਹਨਾਂ ਦੀ ਜ਼ਮਾਨਤ ਨਹੀਂ ਹੋਈ, ਉਹਨਾਂ ਦੇ ਖਿਲਾਫ ਇਹਨਾਂ ਨੇ ਸਿਰਫ ਚਾਰਜ ਸ਼ੀਟ ਦਾਇਰ ਕੀਤੀ ਹੈ ਔਰ ਉਸ ਚਾਰਜ ਸ਼ੀਟ ਦੇ ਆਧਾਰ ਦੇ ਉੱਤੇ ਸਾਰੇ ਬੰਦਿਆਂ ਨੂੰ ਟ੍ਰਾਇਲ ਦੇ ਲਈ ਜੀ ਸਮਨਿੰਗ ਕੀਤੀ ਹੈ। ਤੇ ਟ੍ਰਾਇਲ ਜਿਹੜੀ ਹੈਗੀ ਹੈ ਇਹਦੀ ਉਹ ਸ਼ੁਰੂ ਹੋਣੀ ਹੈ 23 ਤਾਰੀਖ ਤੋਂ। 23 ਫਰਵਰੀ ਨੂੰ ਟ੍ਰਾਇਲ ਦੀ ਸ਼ੁਰੂਆਤ ਹੈ ਜੀ। ਤੇ ਸਾਰੇ ਬੰਦਿਆਂ ਨੂੰ ਕਹਤਾ ਜੀ ਆਓ ਤੇ ਤੁਸੀਂ ਆ ਕੇ ਆਪਣੇ ਜਿਹੜੇ ਹੈਗੇ ਆ ਫਾਰਮੈਲਿਟੀਜ਼ ਪੂਰੀਆਂ ਕਰੋ ਜੀ। ਇਹਦੇ 'ਚ ਪਹਿਲੀ ਗੱਲ ਤਾਂ ਹੁਣ ਇਹ ਹੈ ਕਿ ਜਿਨ੍ਹਾਂ ਦੀਆਂ ਜ਼ਮਾਨਤਾਂ ਹੋਈਆਂ ਵੀ ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਹੈ ਜੀ। ਰਹਿ ਗਏ 2 ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ। ਇਹਨਾਂ ਨੂੰ ਜਾਂ ਤਾਂ ਐਂਟੀਸਪੇਟਰੀ ਬੇਲ ਕਰਾਉਣੀ ਪੈਣੀ ਹੈ ਤੇ ਜਾਂ ਫਿਰ FIR ਨੂੰ ਕੁਐਸ਼ ਕਰਨ ਵਾਸਤੇ ਜਾਂ ਪ੍ਰੋਸੀਡਿੰਗ ਨੂੰ ਕੁਐਸ਼ ਕਰਨ ਵਾਸਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣੀ ਪੈਣੀ ਹੈ। ਲੱਗਦਾ ਇਹ ਸੀ ਕਿ ਜਦੋਂ ਇੱਕ ਚਲਾਨ ਪੇਸ਼ ਹੋ ਗਿਆ ਸੀ ਤੇ ਚਲਾਨ ਪੇਸ਼ ਹੋਣ ਤੋਂ ਬਾਅਦ ਤੁਰੰਤ ਇਹ ਅਦਾਲਤ ਜਾਣਗੇ, ਲੇਕਿਨ ਇਹ ਅਦਾਲਤ 'ਚ ਨਹੀਂ ਗਏ। ਹੁਣ ਜਾਣਕਾਰੀ ਮਿਲੀ ਹੈ ਕਿ ਅਸਲ ਦੇ ਵਿੱਚ ਇਹਨਾਂ ਨੂੰ ਕਾਨੂੰਨੀ ਮਸ਼ੀਰਾਂ ਨੇ, ਵਕੀਲਾਂ ਨੇ ਕਹਿਤਾ ਸੀ ਕਿ ਤੁਸੀਂ ਪਹਿਲਾਂ ਨਾ ਆਓ, ਜਿੰਨੀ ਦੇਰ ਤੱਕ ਤੁਹਾਨੂੰ ਇੰਟੀਮੇਟ ਨਹੀਂ ਕਰਦੇ ਤੁਸੀਂ ਆਓ ਹੀ ਨਾ। ਨਹੀਂ ਇੰਟੀਮੇਟ ਦੇਖੋ, ਉਹਨਾਂ ਨੇ ਚਲਾਨ ਪੇਸ਼ ਕਰਤਾ, ਅਖਬਾਰਾਂ 'ਚ ਖਬਰਾਂ ਆ ਗਈਆਂ, ਸਰਕਾਰੀ ਤੌਰ ਤੇ ਤਾਂ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਜਿੰਨੀ ਦੇਰ ਤੱਕ ਤੁਹਾਨੂੰ ਸਰਕਾਰੀ ਤੌਰ ਤੇ ਕੋਈ ਸੰਮਨ ਨਹੀਂ ਜਾਰੀ ਹੁੰਦਾ, ਕੋਈ ਜਾਣਕਾਰੀ ਨਹੀਂ ਮਿਲਦੀ, ਉਨੀ ਦੇਰ ਤੱਕ ਤੁਸੀਂ ਕੋਰਟ ਦੀ ਚਾਰਾਜੋਈ ਨਾ ਕਰੋ। ਹੁਣ ਸੰਮਨ ਜਾਰੀ ਹੋ ਗਏ, ਉਹਨਾਂ ਨੂੰ ਤਲਬ ਕਰ ਰਿਹਾ, ਉਸ ਤੋਂ ਬਾਅਦ ਉਹ ਕੋਰਟ ਜਾਣਗੇ, ਕੋਰਟ 'ਚੋਂ ਕੀ ਹੁੰਦਾ। ਇਸ ਕੇਸ ਦਾ ਵਿਲੱਖਣ ਪਹਿਲੂ ਇਹ ਹੈ ਕਿ ਇਹਦੇ ਜਿਹੜੇ ਮੁੱਖ ਜਿਹਨੂੰ ਆਪਾਂ ਕਹਿ ਦਈਏ ਘਾੜੇ, ਜੋ ਕੁਛ ਹੋਇਆ ਮਾਸਟਰ ਮਾਈਂਡ ਦਿਖਾਇਆ 2 ਬੰਦਿਆਂ ਨੂੰ, ਉਸ ਵੇਲੇ ਦੇ ਗ੍ਰਹਿ ਮੰਤਰੀ ਕਮ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਔਰ DGP ਸੁਮੈਤ ਸਿੰਘ ਸੈਣੀ, ਕਿ ਇਹ 2 ਮਾਸਟਰ ਮਾਈਂਡ ਹੈ
ਔਰ ਜਿਹੜੀ ਇਹ ਸਾਜ਼ਿਸ਼ ਰਚੀ ਹੈ, ਇਸ ਸਾਜ਼ਿਸ਼ ਦੇ ਉੱਤੇ ਪਰਦਾ ਪਾਉਣ ਵਾਸਤੇ ਜੀ ਜਿਹੜੀਆਂ ਫਿਰ ਅਗਲੀਆਂ ਕਾਰਵਾਈਆਂ ਹੋਈਆਂ, ਉਹ ਅਗਲੀਆਂ ਕਾਰਵਾਈਆਂ ਕਰਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਪ੍ਰਮੁੱਖ ਹੈ। ਇਸ ਕਰਕੇ ਮਤਲਬ ਹੁਣ ਇਹ ਕੇਸ ਇਹਨਾਂ ਤੇ ਚੱਲਿਆ ਹੋਇਆ। ਕੇਸ ਤਾਂ ਹੁਣ ਹੁੰਦਾ ਕੀ ਹੈ ਤਾਂ ਆਪਾਂ ਦੇਖਣਾ ਜਦੋਂ ਅਦਾਲਤ ਦੇ ਵਿੱਚੋਂ ਕੁਛ ਆਊਗਾ ਜੀ, ਅਦਾਲਤ ਵਿੱਚ ਜਾਂਦੇ ਤੇ ਕੀ ਕਰਨਾ, ਪਰ ਮੈਨੂੰ ਲੱਗਦਾ ਹੈ ਕਿ ਇਹ ਡੈਫੀਨਿਟਲੀ ਅਦਾਲਤ ਵਿੱਚ ਜਾਣਗੇ ਜੀ, ਕਿਉਂਕਿ ਅਦਾਲਤ ਵਿੱਚ ਜਾਣ ਦਾ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਤੁਹਾਨੂੰ ਪਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਹੈ ਪ੍ਰੋਸੀਡਿੰਗ ਉਹ ਰੱਦ ਹੋਈ ਸੀ। ਉਹਦੇ ਰੱਦ ਹੋਣ ਤੋਂ ਬਾਅਦ ਹੁਣ ਫਿਰ ਜਿਹੜੀ ਹੈ ਇਹਨਾਂ ਦੇ ਖਿਲਾਫ ਚਲਾਨ ਪੇਸ਼ ਕਰਤਾ ਔਰ ਇਹ ਆਪਦੀ ਚਾਰਾਜੋਈ ਕਰਨਗੇ। ਵੈਸੇ ਅਕਾਲੀ ਦਲ ਇਸ ਵੇਲੇ ਜਿਹੜੀ ਹੈਗੀ ਹੈ ਬੜੀ ਵੱਡੀ ਮੁਸੀਬਤ ਦੇ ਵਿੱਚ ਹੈ ਜੀ, ਕਿਉਂਕਿ ਕਾਫੀ ਸਾਰੇ ਲੋਕ ਤਾਂ ਇਹਨਾਂ ਨਾਲ ਅਲੱਗ ਚਲੇ ਗਏ ਹੈ। ਜੇ ਆਪਾਂ ਵੋਟ ਪਰਸੈਂਟੇਜ ਦੇ ਲਿਹਾਜ਼ ਨਾਲ ਕਹੀਏ ਤਾਂ ਬਹੁਤ ਥੱਲੇ ਚਲੇ ਗਏ ਹੈ ਜੀ। ਪਰਸੈਂਟੇਜ ਭਾਵੇਂ ਵੋਟਾਂ ਦੀ ਉਂਝ ਅਕਾਲੀ ਦਲ ਨਾਲ ਹੈਗੀ ਹੈ, ਲੇਕਿਨ ਸੀਟਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਆਪਾਂ 3 ਸੀਟਾਂ ਹੀ ਆਈਆਂ। ਅੱਗੇ 2024 ਦੇ ਵਿੱਚ ਇਲੈਕਸ਼ਨ ਆਉਣ ਵਾਲੀ ਹੈ ਪਾਰਲੀਮੈਂਟ ਦੀ ਜੀ, ਉਦੋਂ ਤੱਕ ਇਲੈਕਸ਼ਨ ਦੇ ਵਿੱਚ ਕਿਹਦੇ ਨਾਲ ਕੀ ਗੱਠਜੋੜ ਕਰਨਾ ਹੈ। ਇੱਕ ਗੱਲ ਤਾਂ ਸਪਸ਼ਟ ਹੈ ਕਿ ਬਹੁਜਨ ਸਮਾਜ ਪਾਰਟੀ ਨਾਲ ਇਹਨਾਂ ਦਾ ਗੱਠਜੋੜ ਹੈਗਾ, ਲੇਕਿਨ ਬੀਜੇਪੀ ਨੇ ਗੱਠਜੋੜ ਕਰਨ ਤੋਂ ਇਨਕਾਰ ਕਰਤਾ ਹੈ। ਦੂਜੀ ਗੱਲ ਇਹ ਹੈ ਕਿ ਇਸ ਮੁੱਦੇ ਨੂੰ ਲੈ ਕੇ ਕੋਈ ਐਜੀਟੇਸ਼ਨ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਪਹਿਲਾਂ ਐਜੀਟੇਸ਼ਨ ਜਦੋਂ ਹੋਈ ਸੀ ਜੀ, ਉਦੋਂ ਦਾ ਤੇ ਹੁਣ ਦਾ ਜਿਹੜਾ ਹਾਲਾਤ ਹੈ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਇਸ ਵੇਲੇ ਨਾ ਤਾਂ ਇਹਨਾਂ ਦੇ ਕੋਲੇ ਉਹਨਾਂ ਕਾਡਰ ਹੈ, ਨਾ ਹੀ ਉਹਨੇ ਲੀਡਰ ਹੈ। ਤੇ ਜਿਹੜੇ ਲੀਡਰ ਵੈਸੇ ਤਾਂ ਤੁਰੇ ਫਿਰਦੇ ਕੁੜਤੇ ਪਜਾਮੇ ਵਾਲੇ ਬੰਦੇ ਬਹੁਤ ਹੈ ਜੀ, ਲੇਕਿਨ ਜਿਹੜੇ ਲੀਡਰਾਂ ਦੀ ਲੋੜ ਆ ਉਹ ਲੀਡਰ ਹੁਣ ਸਾਰੇ ਗਾਇਬ ਹੈ। ਬਹੁਤੇ ਬੰਦੇ ਜਿਹੜੇ ਹੈਗੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਸੰਗੀ ਸਾਥੀ ਹੁੰਦੇ ਸੀ ਜੀ, ਆਪਾਂ ਨੂੰ ਪਤਾ ਕਿ ਗੁਰਚਰਨ ਸਿੰਘ ਟੌੜਾ ਹੋਣ, ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਣ, ਜੀ, ਇਹਨਾਂ ਦੇ ਬਾਦਲ ਸਾਹਿਬ ਨਾਲ ਮਤਭੇਦ ਵੀ ਆ ਜਾਂਦੇ ਸੀ, ਲੇਕਿਨ ਇੱਕ ਸਟੇਜ ਫਿਰ ਅਜਿਹੀ ਆ ਜਾਂਦੀ ਸੀ ਜਦੋਂ ਇਹ ਸਾਰੇ ਇਕਮੁੱਠ ਹੋ ਜਾਂਦੇ ਸੀ। ਪਹਿਲਾਂ ਵੀ ਜਦੋਂ ਇਹਨਾਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕੇਸ ਬਣੇ ਸੀ ਜੀ, ਉਦੋਂ ਵੀ ਇਹਨਾਂ ਨੇ ਮਤਲਬ ਜਿਹੜਾ ਹੈਗਾ ਜੇਲ੍ਹ ਚਲੇ ਗਏ ਸੀ। ਉਹ ਵੀ ਟੈਕਨੀਕਲੀ ਗਏ ਸੀ ਜੇਲ੍ਹ ਦੇ ਵਿੱਚ, ਚਾਹੁੰਦੇ ਜ਼ਮਾਨਤ ਕਰਵਾ ਸਕਦੇ ਸੀ, ਲੇਕਿਨ ਜ਼ਮਾਨਤ ਨਹੀਂ ਕਰਵਾਈ, ਇਹ ਚਲੇ ਗਏ ਸੀ। ਔਰ ਉਸ ਵੇਲੇ ਟੌੜਾ ਸਾਹਿਬ ਜਿਹੜੇ ਹੈਗੇ ਆ ਉਹ ਆ ਕੇ ਜੇਲ੍ਹ ਦੇ ਬਾਹਰ ਅੱਗੇ ਬਹਿ ਗਏ ਸੀ ਜੀ, ਤੇ ਫਿਰ ਦੇਖਦਿਆਂ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਗਿਆ ਸੀ। ਔਰ ਉਦੋਂ ਗੁਰਚਰਨ ਸਿੰਘ ਟੌੜਾ ਸੀ, ਅੱਜ ਕੋਈ ਗੁਰਚਰਨ ਸਿੰਘ ਟੌੜਾ ਹੈ ਨਹੀਂ ਗਾ ਇਹਨਾਂ ਦੇ ਹੱਕ 'ਚ ਖੜਨ ਵਾਲਾ, ਇਹਨਾਂ ਦੇ ਹੱਕ 'ਚ ਖੜਨ ਵਾਲਾ ਹੈ ਨਹੀਂ। ਮੋਰਓਵਰ ਉਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਸੀ ਕਾਂਗਰਸ ਦੀ, ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਕੈਪਟਨ ਸਾਹਿਬ, ਔਰ ਕੇਂਦਰ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਸੀ ਜੀ। ਭਾਰਤੀ ਜਨਤਾ ਪਾਰਟੀ ਦੇ ਹੁਣ ਤੁਸੀਂ ਦੇਖੋ ਵੀ ਉਸ ਵੇਲੇ ਦੇ ਜਿਹੜੇ ਲੀਡਰ ਹੈ, ਵੱਡੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਹੋ ਗਏ, ਤੁਹਾਡੇ ਅਟਲ ਬਿਹਾਰੀ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਹੋ ਗਏ, ਅਰੁਣ ਜੇਤਲੀ ਹੋ ਗਏ, ਸੁਸ਼ਮਾ ਸਵਰਾਜ ਹੋ ਗਈ, ਤੇ ਦਾਨੇ ਵਾਲੀ ਹੈ ਜੀ। ਮੇਰੇ ਤਾਂ ਹੁਣ ਉਹ ਸਮਾਂ ਵੀ ਯਾਦ ਹੈ, ਮੇਰੇ ਹੁਣ ਚੇਤੇ ਦੇ ਵਿੱਚੋਂ ਗੱਲਾਂ ਉਵੇਂ ਜਿਵੇਂ ਪਈਆਂ ਜੀ ਕਿ ਉਦੋਂ ਕੋਈ ਨਾ ਕੋਈ ਬੀਜੇਪੀ ਦਾ ਲੀਡਰ, ਐਨਡੀਏ ਦਾ ਲੀਡਰ ਡੇਲੀ ਪਟਿਆਲੇ ਆ ਕੇ ਲੈਂਡ ਕਰਦਾ ਹੁੰਦਾ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੁਲਾਕਾਤ ਕਰਨ ਜਾਂਦੇ ਹੁੰਦੇ ਸੀ ਜੀ। ਔਰ ਇਹਨਾਂ ਨੇ ਵਿਕਟਮ ਕਾਰਡ ਵੀ ਖੇਡਿਆ ਸੀ, ਉਸੇ ਕਰਕੇ ਉਦੋਂ ਬਾਅਦ ਰਿਵਾਈਵ ਹੋ ਗਏ ਨਾ ਇਹ। ਹਾਂ, ਵਿਕਟਮ ਕਾਰਡ ਖੇਡਿਆ ਸੀ ਕਿ ਜੀ ਆਹ ਦੇਖੋ ਸਾਡੀਆਂ ਤਾਂ ਲੇਡੀਜ਼ ਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ ਜੀ, ਸਾਡੀਆਂ ਤਾਂ ਔਰਤਾਂ ਤੇ ਵੀ FIR ਦਰਜ ਕਰਾਤੀਆਂ। ਤਾਂ ਬਾਅਦ ਦੇ ਵਿੱਚ ਵੀ ਬਾਦਲ ਸਾਹਿਬ ਕਹਿੰਦੇ ਰਹੇ ਬਿਲਕੁਲ ਉਦੋਂ, ਕਿਉਂਕਿ ਇਹਨਾਂ ਨੂੰ ਇੱਕ ਕਿਸਮ ਦੀ ਜਿਹੜੀ ਹੈ ਕਲੀਨ ਚਿੱਟ ਮਿਲ ਗਈ ਸੀ, ਕਿਉਂਕਿ ਪਹਿਲਾਂ ਇਹ ਅੰਦਰ ਗਏ, ਵਿਕਟਮ ਕਾਰਡ ਖੇਡਿਆ, ਲੋਕਾਂ ਦੇ ਵਿੱਚ ਇਹ ਹੋਈ ਗੱਲ ਕਿ ਇਹਨਾਂ ਨਾਲ ਧੱਕਾ ਹੋਇਆ, ਔਰ ਉਹ ਧੱਕੇ ਦੇ ਚਲਦਿਆਂ ਹੋਇਆ ਕੀ ਕਿ ਧੱਕਾ ਹੋਇਆ, ਜ਼ਮਾਨਤਾਂ ਹੋ ਗਈਆਂ ਜੀ। ਫਿਰ ਇਲੈਕਸ਼ਨ ਹੋਈ ਤੇ ਇਲੈਕਸ਼ਨ ਦੇ ਵਿੱਚ ਜਿੱਤ ਗਿਆ 2007 ਦੇ ਵਿੱਚ। ਔਰ ਇੱਕ ਬਹੁਤ ਸਾਰੇ ਲੋਕ ਜਿਹੜੇ ਕਹਿ ਦਿੰਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਖਿਲਾਫ ਐਤਕੀ ਕਾਰਵਾਈ ਨਹੀਂ ਕੀਤੀ ਜੀ। ਐਤਕੀ ਕਾਰਵਾਈ ਨਾ ਕਰਨ ਦਾ ਕਾਰਨ ਉਹ ਵੀ ਸੀ ਕਿ ਉਦੋਂ ਕਾਰਵਾਈ ਕੀਤੀ ਸੀ ਤਾਂ ਹੀਰੋ ਬਣ ਗਏ ਸੀ। ਮੋਰਓਵਰ ਦਾਨੇਲੀਆ ਸਾਹਿਬ, ਮੁਕੱਦਮਾ ਜਿਹੜੇ ਹੈਗੇ ਆ, ਇਹ ਨਹੀਂ ਕਿ ਤੁਸੀਂ ਜਿਹਨੇ ਕੇਸ ਬਣਾਤਾ ਉਹਦੀ ਮਰਜ਼ੀ ਮੁਤਾਬਕ ਮੁਕੱਦਮਾ ਚੱਲੂਗਾ। ਮੁਕੱਦਮਾ ਤਾਂ ਜਿਹਦੇ ਕੋਲੇ ਪੈਸੇ ਹੈ, ਜਿਹਦੇ ਕੋਲੇ ਪਹੁੰਚ ਹੈ, ਜਿਹਦੇ ਕੋਲੇ ਤਕੜੇ ਵਕੀਲ ਹੈ, ਹਾਂ, ਜਿਹਦੇ ਕੋਲ ਪੈਰਵੀ ਕਰਨ ਦਾ ਜਿਹਨੂੰ ਵੱਲ ਹੈ, ਉਹ ਮੁਕੱਦਮੇ ਨੂੰ ਜਿੰਨਾ ਮਰਜ਼ੀ ਲਮਕਾ ਲੇ ਜੀ। ਤੇ ਆਪਾਂ ਉਸ ਮੁਕੱਦਮੇ ਦਾ ਹਾਲ ਦੇਖਿਆ, ਫਿਰ ਉਸ ਮੁਕੱਦਮੇ ਖੜੇ ਖੜੋਤੇ ਜਿਹੜੇ IO ਸੀ, SSP ਹੁੰਦਾ ਸੁਰਿੰਦਰਪਾਲ ਸਿੰਘ ਬਿਰਕ, ਉਧਰ ਸਲੂਟ ਮਾਰਨ ਲੱਗ ਪਏ ਸੀ। ਠੀਕ ਹੈ, ਸੁਰਿੰਦਰਪਾਲ ਸਿੰਘ ਬਿਰਕ ਹੋਰੀ ਜਾ ਕੇ ਸਿੱਧੇ ਸਪਾਟ ਹੀ ਅਦਾਲਤ ਦੇ ਵਿੱਚ ਮੁੱਕਰ ਗਏ ਸੀ ਤੇ ਉਹਦੇ ਵਿੱਚੋਂ ਇਹ ਬਰੀ ਹੋ ਗਏ ਸੀ। ਤੇ ਬਰੀ ਹੋਣ ਤੋਂ ਬਾਅਦ ਫਿਰ ਅਗਲੀ ਸਰਕਾਰ ਆ ਗਈ। ਸਰਕਾਰ ਦੇ ਵਿੱਚ ਫਿਰ ਉਹੀ ਬੰਦੇ ਜਿਨ੍ਹਾਂ ਨੇ ਪਹਿਲਾਂ ਕੈਪਟਨ ਦੇ ਕਹੇ ਤੇ ਇਹਨਾਂ ਤੇ ਕੇਸ ਬਣਾਏ ਸੀ, ਉਹ ਕੈਪਟਨ ਤੇ ਵੀ ਕੇਸ ਬਣਾਉਣ ਲੱਗ ਪਏ, ਕਹਿੰਦੇ ਹੁਕਮ ਕਰੋ। ਮੈਨੂੰ ਯਾਦ ਆ ਚੰਗੀ ਤਰ੍ਹਾਂ ਕਿ ਜਿਹੜੇ ਪਹਿਲੇ ਕੇਸ ਬਣੇ ਸੀ ਬਾਦਲਾਂ ਤੇ, ਉਹਨਾਂ ਕੇਸਾਂ ਨੂੰ ਬਣਾਉਣ ਦੇ ਵਿੱਚ
ਭੂਮਿਕਾ ਕਿਸੇ ਹੱਦ ਤੱਕ ਸੁਮੇਧ ਸਿੰਘ ਸੈਣੀ ਦੀ ਵੀ ਸੀ। ਜੀ ਜੀ, ਕਿਉਂਕਿ ਵਿਜੀਲੈਂਸ ਸੀਗੀ ਉਦੋਂ। ਵਿਜੀਲੈਂਸ ਦੇ ਵਿੱਚ ਤਾਂ ਇਹਨਾਂ ਵੇਲੇ ਸੀ, ਉਸ ਵੇਲੇ ਉਹ ਇੰਟੈਲੀਜੈਂਸ ਸੀ। ਇੰਟੈਲੀਜੈਂਸ, ਅੱਛਾ। ਇੰਟੈਲੀਜੈਂਸ ਵੇਲੇ ਤੁਹਾਡੇ ਯਾਦ ਹੋਣਾ ਜਿਹੜਾ ਰਵੀ ਸਿੱਧੂ ਵਾਲਾ ਕਾਂਡ ਵੀ ਉਦੋਂ ਹੀ ਫੜਿਆ ਸੀ ਨਾ, ਜਿਹੜਾ ਸਕੈਂਡਲ ਸੀ, ਉਹ ਸਕੈਂਡਲ ਵੀ ਉਦੋਂ ਹੀ ਫੜਿਆ ਸੀ। ਉਦੋਂ ਕਾਫੀ ਕੁਝ ਹੋਇਆ ਸੀ। ਔਰ ਉਹ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੁੰਦੇ ਸੀ ਇੰਟੈਲੀਜੈਂਸ ਵਾਲੇ, ਭਾਵੇਂ ਕੇਸ ਰਜਿਸਟਰ ਵਿਜੀਲੈਂਸ ਵਾਲੇ ਨੇ ਕੀਤਾ ਸੀ, ਉਹ ਇਉਂ ਚੱਲਦਾ ਹੁੰਦਾ ਸੀ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਉਦੋਂ ਤਾਂ ਇਹ ਬਾਹਰ ਆ ਗਏ ਸੀ। ਅੱਜ ਨਾ ਤਾਂ ਉਹ ਹਾਲਾਤ ਹੈ, ਨਾ ਉਹ ਲੋਕ ਹੈਗੇ ਨਾਲ, ਤੇ ਨਾ ਹੀ ਥੱਲੋਂ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਉਹ ਹੰਗਾਰਾ ਹੈ। ਇਸ ਵਾਸਤੇ ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਹੁਣ ਜੇਲ੍ਹ 'ਚ ਜਾਣ ਵਾਸਤੇ ਤਿਆਰ ਹੋਣਗੇ। ਵੈਸੇ ਭਲਾ ਇਸ ਗੱਲ ਦੇ ਵਿੱਚ ਹੀ ਹੈ ਵੀ ਚੁੱਪ ਕਰਕੇ ਜਾਂ ਤਾਂ ਆਪਣੀ ਗਲਤੀ ਦਾ ਅਹਿਸਾਸ ਕਰ ਲੈਣ, ਮੰਨ ਲੈਣ ਜਾ ਕੇ ਜੀ ਸਾਥੋਂ ਗਲਤੀਆਂ ਹੋਈਆਂ, ਅਕਾਲ ਤਖਤ ਸਾਹਿਬ ਦੇ ਉੱਤੇ ਤੇ ਉੱਥੇ ਸਜ਼ਾ ਲਵਾ ਲੈਣ, ਤੇ ਜਾਂ ਫਿਰ ਸਿੱਧਾ ਅੰਦਰ ਜਾਣ ਲੋਕਾਂ ਦੀ ਜੇ ਹਮਦਰਦੀ ਹਾਸਲ ਕਰਨੀ। ਤੇ ਅਗਰ ਜੇ ਆਪਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਗੱਲ ਕਹੀਏ, ਤੇ ਕੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਹੈ ਤੇ ਬਾਹਰ ਆ ਕੇ ਵੀ ਕਿਹਾ, ਤੇ ਉਹ ਕਹਿੰਦੇ ਜੀ ਇਹ ਤਾਂ ਇੱਕ ਆਯੁਵਾਸ਼ ਹੈ। ਜੀ ਜੀ। ਔਰ ਉੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਸਿਆਣਾ ਬੰਦਾ ਹੈ, ਉਹ ਕਹਿੰਦਾ ਜੀ ਇਹ ਜਿਹੜੀ SIT ਬਣੀ ਹੈ ਨਾ, ਇਹ ਤਾਂ ਕੈਪਟਨ ਦੇ ਵੇਲੇ ਬਣੀ ਸੀ, ਕਾਂਗਰਸ ਵਾਲਿਆਂ ਨੇ SIT ਬਣਾਈ ਸੀ। ਉਸ SIT ਦੇ ਉੱਤੇ ਤਾਂ ਵਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ, ਨਵੀਂ SIT ਬਣਾਓ। ਅੱਛਾ, ਮੇਰਾ ਖਿਆਲ ਹੈ ਫਿਰ 2015 ਤੋਂ SITਆਂ ਬਣਨੀਆਂ ਸ਼ੁਰੂ ਹੋਈਆਂ ਤੇ SITਆਂ ਬਣਨੀਆਂ ਸਿਟ ਡਾਊਨ ਹੀ ਕਰਾਈ ਗਈ। ਹਾਂਜੀ, ਇਸ ਵੇਲੇ ਆਪਾਂ ਇਸ SIT ਨੂੰ ਦੇਖੀਏ, ਇਹਦੇ ਵਿੱਚ ਦੇਖੋ ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸਹਿਮਤ ਹਾਂ ਕਿ ਮਾਮਲਾ ਇੰਨਾ ਕਮਜ਼ੋਰ ਹੋ ਚੁੱਕਿਆ ਹੈ ਜੀ, ਇਹਨੂੰ ਖੜਾ ਕਰਨਾ ਮੁਸ਼ਕਲ ਹੈ। ਲੇਕਿਨ ਜਿਸ ਢੰਗ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਉਹਨਾਂ ਦੀ LK ਯਾਦਵ ਤੇ ਉਹਨਾਂ ਦੀ ਟੀਮ ਨੇ ਕੰਮ ਕੀਤਾ ਹੈ, ਜਿਵੇਂ ਉਹਨਾਂ ਨੇ ਕੜੀ ਦੇ ਨਾਲ ਕੜੀ ਜੋੜੀ ਹੈ। ਤੇ ਅੱਜ ਇੱਕ ਨਵੀਂ ਗੱਲ ਤੁਸੀਂ ਦੇਖਿਆ ਹੋਣਾ, ਅਖਬਾਰਾਂ ਦੇ ਵਿੱਚ ਇੱਕ ਘੁੰਮ ਰਹੀ ਹੈ ਖਬਰ ਵੀ ਆ ਗਈ ਹੈ ਜੀ, ਕਿ ਜਦੋਂ ਕੋਟਕਪੂਰੇ ਦੇ ਵਿੱਚ ਸਿੱਖ ਪ੍ਰਚਾਰਕ ਬੈਠੇ ਸੀ, ਉਸ ਵੇਲੇ ਉਹਨਾਂ ਦੇ ਆਲੇ ਦੁਆਲੇ, ਜਿੱਥੇ ਉਹਨਾਂ ਦਾ ਕੈਂਪ ਸੀ, ਉਹਨਾਂ ਦੇ ਆਲੇ ਦੁਆਲੇ ਇੱਕ ਬੰਦਾ ਬਗੈਰ ਕਿਸੇ ਪ੍ਰੋਵੋਕੇਸ਼ਨ ਤੋਂ ਹਥਿਆਰ ਲੈ ਕੇ ਕਿਸੇ ਹੋਰ ਹੀ ਸ਼ੱਕੀ ਹਾਲਾਤ ਦੇ ਵਿੱਚ ਫਿਰਦਾ ਸੀ। ਅੱਛਾ। ਔਰ LK ਯਾਦਵ ਹੋਰਾਂ ਨੇ ਉਹ ਆਪਣੀ ਜਿਹੜੀ ਹੈ ਜਨਤਕ ਕਰ ਦਿੱਤੀ ਹੈ ਵੀਡੀਓ, ਕਿ ਇਹ ਬੰਦਾ ਪਛਾਣੋ ਭਾਈ ਬੰਦਾ ਕੌਣ ਸੀ ਔਰ ਉਹ ਬੰਦਾ ਕਾਹਦੇ ਵਾਸਤੇ ਸੀ। ਮੇਰੇ ਖਿਆਲ ਮੁਤਾਬਕ ਜਿਹੜਾ ਹਥਿਆਰ ਲੈ ਕੇ ਬੰਦਾ ਚੱਲ ਰਿਹਾ ਸੀ, ਜਿਹੜਾ ਪੁਲਿਸ ਵਾਲੇ ਕਹਿੰਦੇ ਵੀ ਸਾਡੇ ਤੇ ਅਟੈਕ ਹੋਇਆ, ਉਹ ਅਟੈਕ ਹੋਇਆ ਨੂੰ ਅਟੈਕ ਅਸਲ ਦੇ ਵਿੱਚ ਕਰਵਾਇਆ ਗਿਆ ਸੀ ਤਾਂ ਕਿ ਲਾਠੀ ਚਾਰਜ ਕਰਨ ਦਾ ਇੱਕ ਬਹਾਨਾ ਲੱਭ ਲਿਆ ਜਾਵੇ। ਜੇ ਸਾਰੀਆਂ ਚੀਜ਼ਾਂ ਮਤਲਬ ਜਿਹੜੀਆਂ ਕੁਨੈਕਟ ਹੋ ਗਈਆਂ ਇੱਕ ਦੂਜੇ ਦੇ ਨਾਲ, ਫਿਰ ਤਾਂ ਕੇਸ ਪ੍ਰੂਵ ਹੁੰਦਾ ਹੈ। ਜੀ ਜੀ। ਜੇ ਹੁਣ ਆਪਾਂ ਕੋਈ ਅਫਸਰ ਚੰਗਾ ਕੰਮ ਕਰਦਾ ਤੇ ਆਪਾਂ ਉਹਦੇ ਕਾਲੀ ਕੀੜੀ ਫੇਰ ਦਈਏ ਕਿ ਮੈਨੂੰ ਚੰਗਾ ਨਹੀਂ ਲੱਗਦਾ, ਨਹੀਂ ਜੀ ਇਹਨੂੰ ਤਾਂ ਰਹਿਣ ਦਿਓ, ਇਹਦੀ ਬਜਾਏ ਤਾਂ ਕੋਈ SIT ਹੋਰ ਬਣਾ ਦਿਓ, ਇਹ ਗਲਤ ਹੈ। ਇਹ ਗੱਲ ਨਹੀਂ ਹੋਣੀ ਚਾਹੀਦੀ। ਜਿੰਨੀ ਮਿਹਨਤ ਕੀਤੀ ਹੈ ਇਹਨਾਂ ਨੇ, ਉਸ ਮਿਹਨਤ ਦੇ ਮੁਤਾਬਕ ਲੱਗਦਾ ਵੀ ਕੁਛ ਨਾ ਕੁਛ ਇਹਦੇ 'ਚੋਂ ਹੋਊਗਾ, ਨਿਬੜੂਗਾ। ਪਰ ਫਿਰ ਵੀ ਜਿਹੜੀ ਜਸਟਿਸ ਰਣਜੀਤ ਸਿੰਘ ਵਾਲੀ ਉਹ ਕਮਿਸ਼ਨ ਦੀ ਰਿਪੋਰਟ ਹੈ, ਉਸ ਰਿਪੋਰਟ ਨੇ ਹੀ ਕਾਸੇ ਚੋਂ ਕਰੇ ਨਹੀਂ ਛੱਡਿਆ। ਔਰ ਇਹ ਤੋਂ ਬਾਅਦ ਦੇਖਦੇ ਹਾਂ ਹੁਣ ਹੁੰਦਾ ਕੀ ਹੈ ਜੀ। ਚਲੋ ਸਾਹਿਬ, ਗੱਲ ਸਹੀ ਹੈ ਤੁਹਾਡੀ, ਪਰ ਵੈਸੇ ਇੱਕ ਚੀਜ਼ ਹੈ ਕਿ ਆਪਣੇ ਲਿਸਨਰਸ ਵੀ ਇਸ ਚੀਜ਼ ਨੂੰ ਪੁੱਛਣਗੇ ਵੀ ਭਾਈ ਜਦੋਂ ਚਲਾਨ ਪੇਸ਼ ਕਰਦੇ ਉਦੋਂ ਜਿਨ੍ਹਾਂ ਦੇ ਨਾਂ ਵਿੱਚ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਚਲਾਨ ਪੇਸ਼ ਕਰਨ ਵੇਲੇ ਅੰਦਰ ਹਾਜ਼ਰ ਅਦਾਲਤ ਦੇ ਵਿੱਚ ਜ਼ਰੂਰੀ ਹੋਣਾ ਹੁੰਦਾ। ਨਹੀਂ, ਕੋਈ ਜ਼ਰੂਰੀ ਨਹੀਂ। ਅੱਛਾ। ਇਹ ਆਮ ਤੌਰ ਦੇ ਉੱਤੇ ਜਿਹੜੇ ਆਮ ਹੁੰਦੇ ਆ ਨਾ ਵੀ ਇਹਨਾਂ ਬੰਦਿਆਂ ਤੱਕ ਸਾਥੋਂ ਪਹੁੰਚ ਨਹੀਂ ਹੋਣੀ। ਕਿਸੇ ਤੋਂ ਸ਼ਰਾਬ ਫੜ ਲਈ, ਕਿਸੇ ਤੋਂ ਭੁੱਖੀ ਫੜ ਲਈ, ਹੁਣ ਤਾਂ NDPS ਬਹੁਤ ਖਤਰਨਾਕ ਕੇਸ ਬਣ ਗਿਆ, ਜਿਹੜਾ ਪੁਰਾਣੇ ਜ਼ਮਾਨੇ 'ਚ ਦੇਖਦੇ ਆ, ਉਹਨਾਂ ਬੰਦਿਆਂ ਨੂੰ ਜਾਂ ਕਿਸੇ ਤੋਂ ਬੋਤਲਾਂ ਫੜ ਲਈਆਂ ਇਕੱਲੀਆਂ, ਕੋਈ ਪੱਠੀ ਪੁੱਠੀ ਲੱਗ ਗਈ, ਉਹ ਬੰਦਾ ਜੇ ਨਹੀਂ ਮਿਲਦਾ ਤਾਂ ਕਿਤੇ ਚਲਾਨ ਲੇਟ ਨਾ ਹੋ ਜੀ, ਉਹ ਚਲਾਨ ਪੇਸ਼ ਕਰ। ਚਲਾਨ ਦੀ 90 ਦਿਨਾਂ ਦੇ ਵਿੱਚ ਪੇਸ਼ ਕਰਨਾ ਹੁੰਦਾ ਜਦੋਂ ਬੰਦਾ ਕਸਟਡੀ 'ਚ ਹੁੰਦਾ। ਵੀ ਜੇ ਕਸਟਡੀ 'ਚ 90 ਦਿਨਾਂ ਦੇ ਵਿੱਚ ਨਾ ਪੇਸ਼ ਕੀਤਾ ਤਾਂ ਉਹਦੀ ਬੇਲ ਹੋ ਜਾਣੀ ਹੈ। ਇਸ ਕਰਕੇ ਮਤਲਬ ਜਿਹੜਾ ਉਹ ਹੁੰਦਾ ਲੈ ਜਾਂਦੇ। ਪਰ ਜ਼ਿਆਦਾਤਰ ਜਿੱਥੇ VIP ਮਾਮਲੇ ਹੁੰਦੇ ਆ, VIP ਕੇਸ ਹੁੰਦੇ ਆ, ਉੱਥੇ ਕਦੇ ਫੜਦੇ ਨਹੀਂ ਹੁੰਦੇ। ਉੱਥੇ ਇਹ ਕੰਮ ਅਦਾਲਤ ਤੇ ਛੱਡ ਦਿੰਦੇ ਆ ਜੀ, ਕਿਉਂਕਿ ਅਦਾਲਤ ਨੇ ਵੀ ਸਮਨ ਕੱਟਣਾ ਵੀ ਆ ਜਾਓ। ਅਦਾਲਤ ਉਹਨਾਂ ਨੂੰ ਬੁਲਾਊਗੀ ਜੇ ਉਹਨਾਂ ਨੇ ਕੋਈ ਚਾਰਾਜੋਈ ਨਾ ਕੀਤੀ, ਜਿਸ ਕਿਸਮ ਦੀਆਂ ਉਹਨਾਂ ਤੇ ਧਾਰਾਵਾਂ ਲੱਗੀਆਂ ਜੀ, ਉਹਨਾਂ ਧਾਰਾਵਾਂ ਦੇ ਮੁਤਾਬਕ ਅਦਾਲਤ ਤਾਂ ਫਿਰ ਜੇਲ੍ਹ ਭੇਜੂਗੀ। ਕਿਉਂਕਿ ਅਜੇ ਤੱਕ ਅੰਡਰ ਟ੍ਰਾਇਲ ਜਿਹੜੀ ਹੈ ਛੋਟੀ ਕੋਰਟ ਕੋਲੇ ਹੈ ਜੀ। ਇਹ ਤੋਂ ਬਾਅਦ ਫਿਰ ਜਿਹੜਾ ਹੈਗਾ ਜਾਣਾ ਜਦੋਂ ਸੈਸ਼ਨ ਕੋਰਟ ਜਾਊਗਾ ਉੱਥੇ ਹੁੰਦੀ ਹੈ, ਉੱਥੇ ਉਹ ਆਪਣੀ ਬੇਲ ਐਪਲੀਕੇਸ਼ਨ ਪਾਉਣਗੇ। ਇਹ ਨਾਲੇ ਇਹਦੇ 302 ਨਹੀਂ ਲੱਗੀ ਵੀ ਜੀ, ਇਹਦੇ ਵਿੱਚ ਤਾਂ ਜਿਹੜੀ ਹੈ ਕੁੱਟਮਾਰ ਵਾਲੀ ਤੇ ਸਾਜ਼ਿਸ਼ ਵਾਲੀ ਗੱਲ ਲੱਗੀ ਵੀ ਹੈ। 302 ਲੱਗੀ ਹੈ ਬਾਈਬਲ ਕਲਾਲੇ ਕਾਂਡ 'ਚ। ਅੱਛਾ ਜੀ। ਇੱਥੇ ਮੇਰਾ ਖਿਆਲ ਵੀ ਇਸ ਮਾਮਲੇ ਦੇ ਵਿੱਚ ਕੋਈ ਲੋੜ ਨਹੀਂ ਹੁੰਦੀ, ਬਗੈਰ ਉਹ ਤੋਂ ਚੱਲ ਜਾਂਦਾ ਹੁੰਦਾ ਹੈ ਜੀ। FIR ਤਾਂ ਕੋਰਟ ਨੇ ਉਹਨੂੰ ਆਪਣਾ ਚਲਾਨ ਪੇਸ਼ ਹੋ ਗਿਆ, ਕੋਰਟ ਨੇ ਉਹਨਾਂ ਨੂੰ ਸਮਨ ਕਰ ਲੈਣਾ ਔਰ ਉਹ ਸਮਨ ਹੋਣ ਤੋਂ ਬਾਅਦ ਆਪਦੀ ਗੱਲ ਕਹਿ ਲੈਣਗੇ ਉੱਥੇ। ਤੇ ਢਿੱਲੋਂ ਸਾਹਿਬ, ਹੁਣ ਇੱਕ ਅਹਿਮ ਜਿਹੜੀ ਹੈ ਚਰਚਾ ਵੀ ਕਰਨੀ ਬਣਦੀ ਹੈ, ਤੇ ਉਹ ਚਰਚਾ ਵੀ ਨਾਲ ਦੀ ਨਾਲ ਕਰੀ ਚੱਲਾਂਗੇ, ਨਾਲੇ ਵਿਚਾਲ ਦੀ ਆਪਾਂ ਕੁਛ ਭਰਾਵਾਂ ਨੂੰ ਵਪਾਰਕ ਸੁਨੇਹੇ ਵੀ ਦਿੰਦੇ ਰਹੀਏ।
ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ। ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਤੇ ਢਿੱਲੋਂ ਸਾਹਿਬ, ਮਣੀਕਰਨ ਦੇ ਵਿੱਚ ਜੋ ਕੁਝ ਹੋਇਆ, ਮਣੀਕਰਨ ਦਾ ਉੱਥੇ ਘਟਨਾਕ੍ਰਮ ਨੂੰ ਇੱਧਰ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਉਤਲੇ ਪਾਸੇ ਜਦੋਂ ਐਂਟਰ ਕਰਦੇ ਆ ਇੱਧਰ ਨੂੰ ਹਿਮਾਚਲ ਵੱਲ ਨੂੰ, ਤੇ ਉੱਥੇ ਵੀ ਜਿਹੜਾ ਜੀ ਜਾਮ ਲਾਤਾ, ਸਾਹ ਸੁੱਕ ਕੇ ਉਹਨਾਂ ਲੋਕਾਂ ਦੇ ਜਿਹੜੇ ਕਾਰਾਂ 'ਚ ਬੈਠੇ ਸੀ ਹਿਮਾਚਲ ਪ੍ਰਦੇਸ਼ ਨਾਲ ਜੁੜੇ ਪਰਿਵਾਰਕ ਮੈਂਬਰ। ਪਰ ਉੱਥੇ ਗੱਲ ਇਹ ਸੀ ਵੀ ਨੌਜਵਾਨ ਮੁੰਡੇ ਸੀ, ਇੱਕ ਤਾਂ ਵਿਚਾਰਾ ਕਹਿੰਦਾ ਠੀਕ ਹੈ ਜੀ, ਉੱਥੇ ਕਹਿੰਦਾ ਕੁੜੀ ਛੇੜੀ ਗਈ ਗਲਤੀ ਨਾਲ ਮੁੰਡੇ ਤੋਂ, ਤਾਂ ਇਹ ਗੱਲ ਹੋ ਗਈ। ਅਸੀਂ ਇੱਥੇ ਧੀਆਂ ਭੈਣਾਂ ਕਹਿੰਦੇ ਸਾਡੇ ਉਹ ਬੰਦੇ ਛੱਡੋ, ਅਸੀਂ ਇੱਥੋਂ ਛੱਡ ਦਿਆਂਗੇ। ਕੀ ਕਹੋਗੇ ਸਾਰੇ ਘਟਨਾਕ੍ਰਮ ਦੇ ਉੱਤੇ? ਬੜਾ ਦੇਖੋ ਗੱਲ ਹੈ, ਜਿੰਨੇ ਮੂੰਹ ਤੇ ਉਨੀਆਂ ਗੱਲਾਂ। ਵੱਖ-ਵੱਖ ਅਖਬਾਰਾਂ 'ਚ ਵੱਖ-ਵੱਖ ਖਬਰਾਂ ਆ ਰਹੀਆਂ ਜੀ। ਪੰਜਾਬ ਦੇ ਅਖਬਾਰਾਂ ਦੇ ਵਿੱਚ ਖਬਰਾਂ ਪੰਜਾਬ ਦੇ ਲਿਹਾਜ਼ ਨਾਲ ਛਪਦੀਆਂ, ਕਿਉਂਕਿ ਪੱਤਰਕਾਰ ਖਬਰਾਂ ਭੇਜਣ ਵਾਲੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਆਪਣੇ ਬੰਦਿਆਂ ਦੇ ਨਾਲ ਥੋੜਾ ਜਿਹਾ ਸੌਫਟ ਕਾਰਨਰ ਹੁੰਦਾ। ਇਸੇ ਤਰੀਕੇ ਅਖਬਾਰਾਂ ਦੇ ਐਡੀਟਰ, ਸਬ ਐਡੀਟਰ ਜਿਹੜੇ ਹੈ ਉਹਨਾਂ ਦੀ ਹਾਲਤ ਹੋਰ ਹੁੰਦੀ ਹੈ। ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਪੰਜਾਬੀ ਦੇ ਅਖਬਾਰਾਂ ਦੀ ਅਪਰੋਚ ਹੋਰ ਹੋਊਗੀ, ਹਿੰਦੀ ਦਿਆਂ ਦੀ ਹੋਰ ਹੋਊਗੀ ਜੀ। ਹੁਣ ਮੇਰੇ ਕੋਲੇ 2 ਅਖਬਾਰ ਹੈ, ਦੋਨੋਂ ਆਉਣੇ ਆ, ਮੈਂ ਪੜ੍ਹਦਾ। ਵੈਸੇ ਤਾਂ ਮੈਂ ਅਖਬਾਰ ਕਾਫੀ ਪੜ੍ਹਦਾ, ਲੇਕਿਨ 2 ਅਖਬਾਰਾਂ ਦੀ ਮੈਂ ਅੱਜ ਗੱਲ ਕਰਨੀ ਚਾਹੂੰਗਾ ਜੀ। ਪੰਜਾਬੀ ਦਾ ਨਾਮਵਰ ਅਖਬਾਰ ਹੈ ਜਿਹਨੂੰ ਅਸੀਂ ਪੰਜਾਬੀ ਟ੍ਰਿਬਿਊਨ ਕਹਿ ਦਿੰਦੇ ਹਾਂ। ਪੰਜਾਬੀ ਟ੍ਰਿਬਿਊਨ ਦੀ ਜਿਹੜੀ ਆਪਣੀ ਹੈਡਲਾਈਨ ਹੈ, ਸਟੋਰੀ ਹੈ, ਉਹ ਇਹ ਕਹਿੰਦੇ ਆ ਜੀ ਵੀ ਜਿਹੜਾ ਜੋ ਕੁਛ ਉੱਥੇ ਹੋਇਆ ਹੈ, ਇਹ ਦੋਨਾਂ ਜਿਹੜੀਆਂ 2 ਧਿਰਾਂ ਪੰਜਾਬੀ ਤੇ ਉੱਥੋਂ ਦੇ ਲੋਕਾਂ ਦੇ ਵਿੱਚ ਥੋੜੀ ਜਿਹੀ ਕਹਿੰਦੇ ਤਕਰਾਰਬਾਜ਼ੀ ਹੋਈ ਹੈ, ਤੇ ਗੱਲ ਉਹ ਤੋਂ ਵਧੀ ਹੈ। ਸ਼ਰਧਾਲੂਆਂ ਤੇ ਸਥਾਨਕ ਲੋਕਾਂ ਦੇ ਵਿਚਕਾਰ ਝੜਪ ਹੋਈ ਹੈ ਜੀ। 4 ਜ਼ਖਮੀ ਉਹਨਾਂ ਦੀ ਰਿਪੋਰਟ ਇਹ ਹੈ। ਲੇਕਿਨ ਜੇ ਇਹੀ ਰਿਪੋਰਟ ਤੁਸੀਂ ਭਾਸਕਰ ਦੇ ਵਿੱਚ ਪੜ੍ਹੋ ਤਾਂ ਭਾਸਕਰ ਕਹਿੰਦੇ ਜੀ ਉੱਥੇ ਜਿਹੜੇ ਸਿੱਖ ਸ਼ਰਧਾਲੂ ਸੀ ਇਹਨਾਂ ਨੇ ਧੱਕਾ ਕੀਤਾ। ਮੈਂ ਸਾਰੀਆਂ ਖਬਰਾਂ ਨੂੰ ਧਿਆਨ ਨਾਲ ਪੜ੍ਹਿਆ, ਲੇਕਿਨ ਜਿਹੜੀ ਗੱਲ ਰੱਬ ਲੱਗਦੀ ਹੈ, ਮੇਰਾ ਖਿਆਲ ਹੈ ਕੁੜੀ ਨੂੰ ਸਿੱਧੇ ਤੌਰ ਤੇ ਛੇੜਨ ਵਾਲੀ ਕੋਈ ਗੱਲ ਨਹੀਂ ਸੀ ਜੀ। ਜੋ ਖਬਰ ਆਈ ਹੈ ਕਿ ਉੱਥੇ ਸ਼ਰਧਾਲੂ ਗਏ ਵੇ। ਪਹਿਲੀ ਗੱਲ ਜੇ ਆਪਾਂ ਮਣੀਕਰਨ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਮਣੀਕਰਨ ਦਾ ਸਿੱਖ ਇਤਿਹਾਸ ਦੇ ਵਿੱਚ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੋਣਾ ਵੀ ਕਿੰਨਾ ਕੁ ਉੱਥੇ ਹੈਗਾ ਜੀ। ਪਰ ਇੱਕ ਬਾਬਾ ਵਡਭਾਗ ਸਿੰਘ ਵਾਲਾ ਕਹਿੰਦੇ ਆ ਉੱਥੇ ਕੰਮ, ਉਹ ਤਾਂ ਇੱਧਰ ਰਹਿ ਗਿਆ ਨਾ ਜੀ ਆਪਣੇ ਹੇਠਾਂ, ਜਦੋਂ ਆਪਾਂ ਉਹ ਇਹਦੇ ਵਿਆਹ ਤੇ ਗਏ ਸੀਗੇ ਆਪਣੇ ਦੇ ਬਾਸੂ ਦੇ, ਇਹਦੇ ਨੇੜੇ ਪਿੰਡਾਂ ਦੇ ਨੇੜੇ ਨਾ ਵਡਭਾਗ ਸਿੰਘ ਵਾਲਾ ਕੰਮ ਤਾਂ ਊਨੇ ਦੇ ਲਾਗੇ ਕੋਈ, ਉਹ ਤਾਂ ਸਿੱਖ ਇਤਿਹਾਸ ਨਾਲ ਕੋਈ, ਉਹਦਾ ਕੋਈ ਸਿੱਖ ਇਤਿਹਾਸ ਦੇ ਨਾਲ, ਉਹਦਾ ਸਿਰ ਹਿਲਾਉਣ ਵਾਲੇ ਹੀ, ਸਿਰ ਹਿਲਾਉਣ ਵਾਲੇ ਕੁਝ ਉਸ ਕਿਸਮ ਦੇ ਹੁੰਦੇ ਹੈ। ਜਾਂ ਚਲੋ ਉਧਰੋਂ ਬੰਦੇ ਕਈ ਵਾਰੀ ਉੱਥੇ ਗਏ ਹੁੰਦੇ ਆ ਤੇ ਫਿਰ ਬਈ ਗਾਂ ਝੰਡੇ ਲਾ ਕੇ ਗਾਂ ਜਾਂਦੇ ਤੇ ਆਪਾਂ ਹੁਣ ਮੱਥਾ ਉੱਥੇ ਵੀ ਟੇਕਦੀ ਹੈ। ਮਣੀਕਰਨ ਸਾਹਿਬ ਚਲੇ ਗਏ। ਮਣੀਕਰਨ ਸਾਹਿਬ ਦਾ ਸਿੱਖ ਇਤਿਹਾਸ ਦੇ ਵਿੱਚ ਮੇਰੇ ਖਿਆਲ ਮੁਤਾਬਕ ਕੋਈ ਉਸ ਕਿਸਮ ਦੀ ਗੱਲ ਕੋਈ ਬਹੁਤੀ ਹੈ ਨਹੀਂ। ਗੁਰੂ ਵੈਸੇ ਸਾਡੇ ਸਾਰੇ ਥਾਵਾਂ ਤੇ ਜਾਂਦੇ ਰਹੇ, ਆਉਂਦੇ ਰਹੇ ਹੈ, ਪਰ ਹਿਸਟੋਰੀਕਲੀ ਜੇ ਕੋਈ ਹੈਗੀ ਹੈ ਜ਼ਿਆਦਾ ਮੇਰੇ ਨੌਲੇਜ ਵੀ ਨਹੀਂ। ਉੱਥੇ ਜਿਹੜੇ ਬੰਦੇ ਗਏ ਆ ਉਹ ਕਹਿੰਦੇ ਕਿਉਂਕਿ ਜਿਹੜੀਆਂ ਉੱਥੋਂ ਦੇ ਕੁਝ ਲੋਕ ਹੈ ਜਿਹੜੇ ਉਹਨਾਂ ਦੇ ਤਿੱਥ ਤਿਉਹਾਰ ਹੁੰਦੇ ਆ, ਉਹਨਾਂ ਦੇ ਇੱਕ ਹਰ ਇੱਕ ਜਿਹੜਾ ਹੈਗਾ ਸੂਬਾ, ਹਰ ਇੱਕ ਹਲਕਾ ਇਲਾਕਾ ਹੈ ਜੀ, ਉਸ ਇਲਾਕੇ ਦੇ ਕੁਝ ਆਪੋ ਆਪਣੀਆਂ ਰਵਾਇਤਾਂ ਹੁੰਦੀਆਂ। ਜਿਵੇਂ ਹੁਣ ਤੁਸੀਂ ਦੇਖੋ ਵੀ ਆਪਣੇ ਪਿੰਡਾਂ ਦੇ ਵਿੱਚ ਇਸ ਵੇਲੇ ਜਿਹੜੇ ਪੁਰਾਣੇ ਬਜ਼ੁਰਗ ਹੈ ਜਿਨ੍ਹਾਂ ਨੇ ਪਿੰਡ ਬੰਨੇ ਹੁੰਦੇ ਹੈ ਜੀ, ਉਹਨਾਂ ਦੀ ਯਾਦ ਦੇ ਵਿੱਚ ਮੜੀਆਂ ਬੜੀਆਂ ਹੁੰਦੀਆਂ, ਜਾਂ ਆਪਾਂ ਕਹਿ ਦਈਏ ਉਹਨਾਂ ਦੀ ਯਾਦਗਾਰ ਬਣੀ ਹੁੰਦੀ ਹੈ। ਉੱਥੇ ਲੋਕ ਖੰਡ ਪਾਠ ਵੀ ਕਰਾਈ ਜਾਂਦੇ ਆ। ਬਿਲਕੁਲ ਉੱਥੇ ਮਤਲਬ ਜਿਹੜੇ ਹੈਗੇ ਜਦੋਂ ਖੰਡ ਪਾਠ ਪੈ ਜਾਂਦਾ ਉਸ ਤੋਂ ਬਾਅਦ ਕੁਛ ਲੋਕ ਟੂਰਨਾਮੈਂਟ ਕਰਵਾਉਣ ਲੱਗ ਜਾਂਦੇ ਆ। ਕਈ ਵਾਰੀ ਆ ਜਾਂਦੀਆਂ ਬੀਬੀਆਂ ਆ ਜਾਂਦੀਆਂ ਨੇ, ਧਾਰਮਿਕ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ, ਇਹ ਵਗੈਰਾ ਵਗੈਰਾ ਚੱਲਦਾ ਹੁੰਦਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੇਰਾ ਖਿਆਲ ਹੈ ਪੂਜਾ ਪਾਠ ਦੇ ਮਾਮਲੇ ਦੇ ਵਿੱਚ ਆਪਣੇ ਨਾਲੋਂ, ਸੱਭਿਆਚਾਰ ਦੇ ਮਾਮਲੇ ਵਿੱਚ ਆਪਣੇ ਨਾਲੋਂ ਲੋਕਾਂ ਦੀ ਪਾਰਟੀਸਪੇਸ਼ਨ ਵੱਧ ਹੈ। ਸਾਡੀ ਜਿਹੜੀ ਸਥਿਤੀ ਹੁੰਦੀ ਹੈ, ਅਸੀਂ ਇਸ ਵੇਲੇ ਡਿਜੀਟਲ ਮਿਊਜ਼ਿਕ ਦੇ ਉੱਤੇ ਸਾਰੇ ਲੋਕ ਲੱਗੇ ਹੈ, ਲੇਕਿਨ ਉਹ ਲੋਕ ਜਿਹੜੇ ਹੈਗੇ ਉਹ ਪ੍ਰੈਕਟੀਕਲੀ ਜਿਹੜੇ ਹੈਗੇ ਮਿਊਜ਼ਿਕ ਵਗੈਰਾ ਦਾ ਕੰਮ ਕਰਦੇ ਜੀ। ਕਹਿੰਦੇ ਵੀ ਉੱਥੇ ਕੁਝ ਕੁੜੀਆਂ ਆਪਣਾ ਜਿਹੜਾ ਹੈਗਾ ਉਹਨਾਂ ਦਾ ਸਮਾਗਮ ਸੀ, ਉਹਦੇ 'ਚੋਂ ਗੀਤ ਗਾ ਰਹੀਆਂ ਸੀਗੀਆਂ, ਉੱਥੇ ਨੱਚ ਟੱਪ ਰਹੀਆਂ ਸੀ।
ਉਸੇ ਵੇਲੇ ਆਪਣੇ ਕੁਝ ਮੁੰਡੇ ਉੱਥੇ ਫਿਰਦੇ ਸੀ ਤੇ ਇਹਨਾਂ ਨੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰਤੀ। ਅੱਛਾ ਜੀ। ਜਿਹੜੇ ਉਹਨਾਂ ਦੇ ਨਾਲ ਮੁੰਡੇ ਹੋਰ ਸੀ ਉਹਨਾਂ ਨੇ ਕਿਹਾ ਜੀ ਇਹ ਗਲਤ ਗੱਲ ਹੈ, ਤੁਸੀਂ ਇਹ ਵੀਡੀਓ ਕਿਉਂ ਬਣਾਉਣੀ ਹੋ। 3-4 ਮੁੰਡੇ ਸੀ, ਚਲੋ ਉੱਥੋਂ ਕਹਿੰਦੇ ਤੂੰ ਮੈਂ ਹੋ ਗਈ, ਉਹ ਟਲ ਗਏ। ਟਲਣ ਤੋਂ ਬਾਅਦ ਉਹ ਆਪਣੇ ਟਿਕਾਣੇ ਤੇ ਗਏ, ਨਾਲ ਦੇ ਨੂੰ ਦੱਸਤਾ ਤੇ ਨਾਲ ਦੇ ਫਿਰ ਕਹਿੰਦੇ ਵੀ ਚਲੋ ਚੱਲੀਏ ਆਪਾਂ। ਚਲੋ ਫਿਰ ਕਸ ਲੈ ਲਾਂਗੜ। ਹਾਂਜੀ, ਉਹ ਲਾਂਗੜ ਕਸ ਲਏ ਤੇ ਲਾਂਗੜ ਕਸਣ ਤੋਂ ਬਾਅਦ ਫਿਰ ਜੋ ਕੁਝ ਹੋਇਆ ਉਹਨੂੰ ਹੁਣ ਆਪਾਂ ਰਿਪੀਟ ਤਾਂ ਕਰ ਨਹੀਂ ਸਕਦੇ, ਪਰ ਜਿਹੜੀ ਵੱਡੀ ਗੱਲ ਹੋਈ ਵੀਡੀਓ ਸਾਹਮਣੇ ਜੋ ਬੜੀਆਂ ਭੈੜੀਆਂ ਕਿ ਤੁਸੀਂ ਗੱਡੀਆਂ ਡਲੇ ਮਾਰੀ ਜਾਂਦੇ, ਗੱਡੀਆਂ ਭੰਨੀਆਂ, ਘਰਾਂ ਤੇ ਡਲੇ ਮਾਰੀ ਜਾਂਦੇ ਹੋ। ਫਿਰ ਉਹਨਾਂ ਨੇ ਵੀ ਕਹਿੰਦੇ ਉਧਰਲੇ ਪਾਸੋਂ ਵੀ ਕੁਝ ਗੜਬੜ ਹੋਈ ਹੈ। ਉਹਨਾਂ ਨੇ ਮਤਲਬ ਵੀ ਜੇ ਬੰਦਾ ਬੰਦੇ ਦੇ ਨਾਲ ਕੋਈ ਪੰਗੇ ਲੈਂਦਾ ਤਾਂ ਧਾਰਮਿਕ ਸਥਾਨ ਕਿਸੇ ਦਾ ਵੀ ਹੋਵੇ, ਉਹ ਹਿੰਦੂਆਂ ਦਾ ਹੋਵੇ, ਮੁਸਲਮਾਨਾਂ ਦਾ ਹੋਵੇ, ਇਸਾਈਆਂ ਦਾ ਹੋਵੇ, ਸਿੱਖਾਂ ਦਾ ਹੋਵੇ, ਉਹਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਹਿੰਦੇ ਆ ਵੀ ਫਿਰ ਕੁਝ ਧਾਰਮਿਕ ਸਥਾਨਾਂ ਤੇ ਵੀ ਛੇੜਛਾੜ ਕੀਤੀ ਹੈ ਜੀ। ਇਹਦਾ ਪਤਾ ਇਸ ਗੱਲ ਤੋਂ ਲੱਗਦਾ ਕਿ ਲਾਲਪੁਰਾ ਇਕਬਾਲ ਸਿੰਘ ਜਿਹੜੇ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਹੈ, ਉਹਨਾਂ ਨੇ ਕਹਿੰਦੇ ਵੀ ਹਿਮਾਚਲ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਜੀ ਕਿ ਜਿਨ੍ਹਾਂ ਲੋਕਾਂ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਸੁਖਵਿੰਦਰ ਸਿੰਘ ਸੁੱਖੂ ਜਿਹੜੇ ਉੱਥੋਂ ਦੇ ਚੀਫ ਮਿਨਿਸਟਰ ਹੈਗੇ, ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਕਰ ਰਹੇ ਹਾਂ। ਪਰ ਮੇਰੇ ਲਈ ਜਿਹੜੀ ਤਸੱਲੀ ਬਖਸ਼ ਗੱਲ ਹੈ ਦਾਨਿਆਲੀ ਸਾਹਿਬ, ਉਹ ਇਹ ਹੋਈ ਕਿ ਜਦੋਂ ਇਹ ਗੜਬੜ ਵੱਧ ਗਈ, ਚਲੋ ਵਿਚਲੀ ਬੰਦੇ ਪੈ ਪੁਆ ਕੇ ਹਟ ਆ ਗਏ। ਉਸ ਵੇਲੇ ਜਿਹੜੀ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜੀ। ਕਹਿੰਦੇ ਆ ਵੀ ਜਿਹੜੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਸੀ, ਉਹਨਾਂ ਨੇ ਪੰਜਾਬ ਦੇ ਚੀਫ ਸੈਕਟਰੀ ਮਿਸਟਰ VK ਜੰਜੂਆ ਨਾਲ ਗੱਲ ਕੀਤੀ ਔਰ ਪੰਜਾਬ ਦੇ DGP ਜਿਹੜੇ ਹੈਗੇ ਗੌਰਵ ਯਾਦਵ ਸਾਹਿਬ, ਇਹਨਾਂ ਦੇ ਨਾਲ ਗੱਲ ਕੀਤੀ ਜੀ। ਤੇ ਦੋਨਾਂ ਜਿਹੜੇ ਹੈਗੇ ਆ ਪ੍ਰਸ਼ਾਸਨਿਕ ਮੁਖੀਆਂ ਨੇ ਤੇ ਪੁਲਿਸ ਦੇ ਮੁਖੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੀ ਕਿ ਤੁਸੀਂ ਸਾਰੇ ਜਿਹੜੇ ਹੈਗੇ ਆਪਣੇ ਭਾਈ ਮਿਲ ਮਿਲਾ ਕੇ ਰਹੋ ਤੇ ਸ਼ਾਂਤੀ 'ਚ ਰਹੋ, ਕੋਈ ਐਸੀ ਗੱਲ ਨਾ ਹੋਵੇ। ਪਰ ਕਰਮ ਦਾ ਪ੍ਰਤੀਕਰਮ ਵਾਲੀ ਗੱਲ ਹੈ ਕਿ ਜੇ ਇੱਕ ਥਾਂ ਦੇ ਉੱਤੇ ਭਾਵੇਂ ਗਲਤੀ ਵੀ ਹੋਈ ਹੈ, ਉਹਨਾਂ ਨੇ ਸਾਡੇ ਭਾਈਚਾਰੇ ਨੂੰ ਰੋਕ ਲਿਆ ਤੇ ਤੁਸੀਂ ਦੱਸੀ ਜਾਂਦੇ ਹੋ ਕਿ ਆਨੰਦਪੁਰ ਸਾਹਿਬ ਕੋਲ ਫਿਰ ਜਾਮ ਹੀ ਕਰਤਾ ਜੀ। ਦਾਨਿਆਲੀ ਸਾਹਿਬ, ਹੁਣ ਅਸੀਂ ਜਾ ਕਿੱਧਰੋਂ ਰਹੇ ਹਾਂ? ਕੱਟੜਵਾਦਤਾ ਜਿਹੜੀ ਹੈਗੀ ਆ ਉਹ ਸਾਨੂੰ ਮਨੁੱਖ ਨੂੰ ਕਿੱਥੇ ਲੈ ਕੇ ਜਾ ਰਹੀ ਹੈ? ਬਹੁਤ ਟੇਢਾ ਕੰਮ ਲੈ ਰਹੀ ਹੈ ਜੀ। ਹੁਣ ਕੁਝ ਖਬਰਾਂ ਆ ਰਹੀਆਂ, ਮੈਨੂੰ ਨਹੀਂ ਪਤਾ ਉਹਦੇ 'ਚ ਕੀ ਸੱਚਾਈ ਹੈ। ਆਸਟ੍ਰੇਲੀਆ ਦੇ ਵਿੱਚ ਕਹਿੰਦੇ ਵੀ 2 ਹਫ਼ਤਿਆਂ ਦੇ ਵਿੱਚ ਉੱਥੇ ਮੰਦਰਾਂ ਤੇ ਕਈ ਅਟੈਕ ਹੋ ਗਏ। ਔਰ ਦਾਨਿਆਲੀਆ ਜੀ, ਇਹ ਤਾਂ ਹੁਣ ਜੇ ਆਪਾਂ ਪੁਰਾਣੇ ਜਿਹੜੇ ਲੋਕ ਉਸ ਵੇਲੇ ਦੀ ਖਾੜਕੂ ਮੂਵਮੈਂਟ ਦੇ ਨਾਲ ਜੁੜੇ ਰਹੇ ਹੈ ਜੀ, ਨੇੜੇ ਜੁੜੇ ਰਹੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਹਿੱਸਾ ਵੀ ਰਿਹਾ। ਉਹਨਾਂ ਦੀਆਂ ਜੇ ਹੁਣ ਆਪਾਂ ਪੋਸਟਾਂ ਪੜ੍ਹੀਏ, ਜਿਹੜੀਆਂ ਉਹਨਾਂ ਦੀਆਂ ਇੰਟਰਵਿਊ ਸੁਣੀਏ, ਉਹ ਕੀ ਕਹਿੰਦੇ ਹੈ ਜੀ? ਉਹ ਕਹਿੰਦੇ ਕਿ ਪਟਿਆਲੇ ਵਰਗੀਆਂ ਥਾਵਾਂ ਤੇ ਹੋਰਾਂ ਥਾਵਾਂ ਤੇ ਜਿੱਥੇ ਮੰਦਿਰ ਸੀ, ਮੰਦਿਰਾਂ ਦੇ ਵਿੱਚ ਗਊਆਂ ਦੀਆਂ ਪੂਛਾਂ ਵੀ ਸਟਵਾਈਆਂ ਗਈਆਂ। ਉਹ ਤਾਂ ਪਤਾ ਹੀ ਆਪਾਂ ਨੂੰ ਯਾਦ, ਆਪਾਂ ਨੂੰ ਪਤਾ ਹੀ ਕਿਹੜੇ ਲੋਕ ਸੀ। ਚਲੋ ਹੁਣ ਰਹੇ ਨਹੀਂ, ਹੋ ਸਕਦਾ ਉਹ ਵੀ ਉਹੋ ਜਿਹੇ ਬੰਦੇ ਹੀ ਹੋਣ, ਉਹੋ ਜਿਹੇ ਹੋਣ। ਫਿਰ ਇਹ ਵੀ ਗੱਲ ਆ ਗਈ ਸੀ ਕਿ ਜੀ ਉਹਨਾਂ ਨੇ ਫਿਰ ਜਿਹੜਾ ਹੈਗਾ ਪ੍ਰਤੀਕਰਮ ਦੇ ਵਿੱਚ ਜਿਹੜੇ ਉਧਰਲੇ ਪਾਸੇ ਸ਼ਰਾਰਤੀ ਸੀ, ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਸਿਗਰਟਾਂ ਤੇ ਬੀੜੀਆਂ ਵੀ ਸਟਵਾਈਆਂ ਸੀ। ਇਹ ਮਤਲਬ ਹੈ ਵੀ ਜਦੋਂ ਇਸ ਕਿਸਮ ਦਾ ਮਾਹੌਲ ਪੈਦਾ ਹੁੰਦਾ ਹੈ, ਮਾਹੌਲ ਪੈਦਾ ਕੀਤਾ ਜਾਂਦਾ, ਉਹਦਾ ਨੁਕਸਾਨ ਕਿਹਨੂੰ ਹੁੰਦਾ ਹੈ? ਢਿੱਲੋਂ ਸਾਹਿਬ, ਮੈਂ ਵਿੱਚ ਟੋਕਦੇ ਆਪਣੇ ਲਿਸਨਰਸ ਵੀ ਕਹਿਣਗੇ, ਬਠਿੰਡੇ ਦੇ ਵਿੱਚ ਤੁਹਾਨੂੰ ਪਤਾ ਇੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਜੀ। ਇੱਥੇ ਇੱਕ ਬੜਾ ਚਰਚਿਤ ਵਿਅਕਤੀ ਹੈ, ਪਾਠਕ ਕਰਕੇ ਕੋਈ, ਉਹਦਾ ਹੀ ਇੱਕ ਦੂਜੇ ਸ਼ਿਵ ਸੈਨਿਕ ਨੇ ਇਲਜ਼ਾਮ ਲਾਏ ਮੇਰਾ ਇਹਨੇ ਕੁੱਟ ਕਟਾਪਾ ਕੀਤਾ। ਉਹਦੇ ਗਨਮੈਨ ਵੀ ਸੀ। ਕੁੱਟ ਕਟਾਪਾ ਕਹਿੰਦੇ ਕਿਸ ਕਰਕੇ ਕੀਤਾ? ਕਿ ਉਹ ਕਹਿੰਦਾ ਵੀ ਅਸੀਂ ਪੋਸਟਰ ਲਾਉਣੇ ਆ ਉਹਦੇ ਹੱਕ ਦੇ ਵਿੱਚ, ਸਿੱਖ ਫॉर ਜਸਟਿਸ ਦੇ, ਤੇ ਫਿਰ ਅਸੀਂ ਮਾਹੌਲ ਨੂੰ ਗਰਮ ਕਰਾਂਗੇ। ਹੁਣ ਇਹ ਚੀਜ਼ ਕਿੱਧਰ ਜਾਂਦੀ ਹੈ? ਨਹੀਂ, ਗੱਲ ਮੈਨੂੰ ਇਹ ਦੱਸੋ ਵੀ ਸ਼ਿਵ ਸੈਨਾ ਵਾਲੇ ਹਿੰਦੂ ਫਿਰਕਾ ਪ੍ਰਸਤ, ਹਿੰਦੂਤਵ ਦੇ ਵੱਡੇ ਮਦਈ, ਜੇ ਸਿੱਖ ਫॉर ਜਸਟਿਸ ਦੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਝੰਡੇ ਲਾਉਂਦੇ ਆ ਜਾਂ ਉਹਨਾਂ ਦੇ ਹੱਕ 'ਚ ਨਾਅਰੇ ਲਿਖਦੇ ਆ, ਉਹ ਕਾਹਦੇ ਵਾਸਤੇ ਲਿਖਦੇ? ਆਹੀ ਤਾਂ ਚੀਜ਼ ਆ ਵੇਖਣਾ। ਉਹ ਨਾਅਰੇ ਜਿਹੜੇ ਆ, ਮੇਰੇ ਤਾਂ ਹੁਣ ਯਾਦ ਹੈ ਦਾਨੇਵਾਲੀਆ ਜੀ, ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ, ਉਹਨਾਂ ਦਿਨਾਂ ਦੇ ਵਿੱਚ ਬੜੇ ਚੰਗੇ ਨਾਟਕ ਆਉਂਦੇ ਹੁੰਦੇ ਸੀ। ਹੁਣ ਤਾਂ TV ਚੈਨਲਾਂ ਦੀ ਭਰਮਾਰ ਪਈ ਹੈ, ਵੈਬ ਚੈਨਲ ਵੀ ਚੱਲ ਪਏ। ਖੈਰ ਸੋਸ਼ਲ ਮੀਡੀਆ ਬੜਾ ਟੈਕਨੀਕ ਦੀ ਵਜ੍ਹਾ ਕਾਰਨ ਡਿਵੈਲਪ ਹੋਇਆ ਹੈ। ਉਦੋਂ ਸਿਰਫ ਤੇ ਸਿਰਫ ਦੂਰਦਰਸ਼ਨ ਹੁੰਦਾ ਸੀ। ਦੂਰਦਰਸ਼ਨ ਦੇ ਉੱਤੇ ਨਾਟਕ ਦੇਖਦੇ ਹੁੰਦੇ, ਕਈ ਵਾਰੀ ਚੰਗੇ ਨਾਟਕ ਆ ਜਾਂਦੇ, ਕਈ ਵਾਰੀ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਨੇ, ਪ੍ਰੋਗਰੈਸਿਵ ਅਖਬਾਰ ਆਉਂਦੇ ਹੁੰਦੇ ਜੀ। 47 ਦੀਆਂ ਕਹਾਣੀਆਂ ਆਉਂਦੀਆਂ ਸੀ ਕਿ 1947 ਦੇ ਵਿੱਚ ਜਦੋਂ ਵੱਢ ਟੁੱਕ ਹੋਈ ਹੈ ਜੀ, ਵੱਢ ਟੁੱਕ ਵੇਲੇ ਕਹਿੰਦੇ ਵੀ ਦਿਨੇ ਤਿੰਨਾਂ ਧਿਰਾਂ ਦੇ ਲੀਡਰ ਜੀ, ਇੱਕ ਪਾਸੇ ਮੁਸਲਮਾਨ, ਦੂਜੇ ਪਾਸੇ ਹਿੰਦੂ, ਤੀਜੇ ਪਾਸੇ ਸਿੱਖ, ਉਹ ਆਪੋ ਆਪਣੇ ਭਾਈਚਾਰੇ ਦੇ ਲੋਕਾਂ ਦੇ ਇਕੱਠ ਕਰਕੇ ਉਹਨਾਂ ਦੇ ਵਿੱਚ ਜਾ ਕੇ ਬੜੇ ਗਰਮਾ ਗਰਮ ਨਾਅਰੇ ਲਾਉਂਦੇ ਹੁੰਦੇ ਸੀ। ਅੱਛਾ ਜੀ। ਗਰਮਾ ਗਰਮ ਨਾਅਰੇ ਲਾਉਣੇ ਹੁੰਦੇ। ਸ਼ਾਮ ਨੂੰ ਤਿੰਨੇ ਕਿਸੇ ਮੈਖਾਨੇ ਦੇ ਵਿੱਚ ਇਕੱਠੇ ਵੀ ਹੁੰਦੇ ਸੀ। ਠੀਕ ਹੈ, ਉੱਥੇ ਫਿਰ ਜਮਾ ਘਟਾਓ ਕਰਦੇ ਹੁੰਦੇ ਜੀ।
ਕਿ ਇਹਦੇ ਵਿੱਚੋਂ ਆਪਾਂ ਨੂੰ ਕੀ ਨਿਕਲੂ, ਕਿਉਂਕਿ ਉਹਨਾਂ ਦੀ ਚੱਲਦੀ ਹੈ ਦੁਕਾਨਦਾਰੀ। ਦੁਕਾਨਦਾਰੀਆਂ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਦੇ ਉੱਤੇ, ਮਜ਼ਹਬ ਦੇ ਨਾਂ ਦੇ ਉੱਤੇ, ਜਾਤ ਪਾਤ ਦੇ ਨਾਂ ਦੇ ਉੱਤੇ ਦੁਕਾਨਦਾਰੀ ਕਰਨੀ ਹੈ ਜੀ ਜੀ, ਉਹ ਦੁਕਾਨਦਾਰੀ ਉਹਨਾਂ ਦੀ ਤਾਂ ਹੀ ਚੱਲੂ ਜੇ ਲੋਕਾਂ ਦੇ ਵਿੱਚ ਵਿਗਾੜ ਪਊਗਾ। ਐਵੇਂ ਤਾਂ ਨਹੀਂ, ਜੇ ਲੋਕਾਂ ਦੇ ਵਿੱਚ ਫੁੱਟ ਪਊਗੀ ਉਹ ਆਪਦੀ ਫੁੱਟ ਪਾ ਦਿੰਦੇ ਆ। ਉਹਨਾਂ ਦੀ ਤਾਂ ਦੁਕਾਨਦਾਰੀ ਚੱਲ ਜਾਂਦੀ ਹੈ, 4 ਪੈਸੇ ਉਹਨਾਂ ਨੂੰ ਬਣ ਜਾਂਦੇ ਆ। ਉਹਨਾਂ ਦੇ ਕੋਈ ਜਿਹੜੀਆਂ ਆਪਾਂ ਕਹਿ ਸਕਦੇ ਹਵਾਈ ਜਹਾਜ਼ ਤਾਂ ਚੱਲਦੇ ਨਹੀਂ, ਆਹੀ ਕੁਝ ਨਾ ਉਹਨਾਂ ਦੀਆਂ ਟਰਾਂਸਪੋਰਟਾਂ ਚੱਲਦੀਆਂ ਹੁੰਦੀਆਂ, ਲੇਕਿਨ ਉਹਨਾਂ ਦੀਆਂ ਜਾਇਦਾਦਾਂ ਦੇਖੀ ਕਿਵੇਂ ਚੱਲਦੀਆਂ, ਕਿਵੇਂ ਬਣਦੀਆਂ। ਪਰ ਮਰਦੇ ਕੌਣ ਹੈ? ਆਮ ਸਧਾਰਨ ਲੋਕ। ਸਧਾਰਨ ਲੋਕਾਂ ਦਾ ਨੁਕਸਾਨ ਹੁੰਦਾ। ਹੁਣ ਇਹ ਜਿਹੜਾ ਆ ਸਾਰਾ ਕੁਝ ਹੋ ਰਿਹਾ ਹੈ, ਮੇਰੇ ਖਿਆਲ ਮੁਤਾਬਕ ਇਹਨੂੰ ਆਪਾਂ ਜਿਹੜੀ ਤੁਸੀਂ ਖਦਸ਼ਾ ਪ੍ਰਗਟ ਕੀਤਾ ਉਹ ਤੋਂ ਅਲੱਗ ਨਹੀਂ ਕਰ ਸਕਦੇ। ਵੀ ਹੋ ਸਕਦਾ ਵੀ ਇਹ ਮਾਹੌਲ ਨੂੰ ਗੜਬੜ ਕਰਾਉਣ ਵਾਸਤੇ ਹਰਿਆਣਾ ਉੱਤੇ ਹਿਮਾਚਲ ਦੇ ਵਿੱਚ ਵੀ ਇਹ ਸਾਰਾ ਕੁਝ ਕਰਾਉਣਾ ਸੀ। ਕਿਹਨੇ ਕੀਤਾ? ਅਸੀਂ ਇਹ ਦੇਖਿਆ ਕਿ ਹਿਮਾਚਲ ਪ੍ਰਦੇਸ਼ ਜਿਹੜਾ ਹੈਗਾ ਕੰਪੈਰੇਟਿਵਲੀ ਉੱਥੋਂ ਦੇ ਲੋਕ ਸਾਊ ਸੁਭਾਅ ਦੇ ਬੰਦੇ ਹੈ। ਦਾਨੇਵਾਲ ਜੀ, ਮੈਂ ਤੁਹਾਨੂੰ ਯਾਦ ਕਰਾਉਣਾ, ਜਿਨ੍ਹਾਂ ਦਿਨਾਂ ਦੇ ਵਿੱਚ ਤੁਹਾਡਾ ਇੰਦਰਾ ਗਾਂਧੀ ਦਾ ਕਤਲ ਹੋਇਆ ਜੀ, ਉਹਨਾਂ ਦਿਨਾਂ ਦੇ ਵਿੱਚ ਮੇਰਾ ਇੱਕ ਮਿੱਤਰ ਬਹੁਤ ਚੰਗਾ ਤਕੜਾ ਬੜਾ ਪੜ੍ਹਿਆ ਲਿਖਿਆ ਬੰਦਾ, ਉਹ ਕਿਤੇ ਸੀ, ਉਹ ਤੁਹਾਨੂੰ ਪਤਾ ਵੀ ਲੈਫਟ ਦਾ ਬੰਦਾ ਸੀ ਜੀ ਜੀ, ਉਹਨੂੰ ਕੋਈ ਚੇਤੇ ਹੀ ਨਹੀਂ। ਉਹ ਸੋਲਨ ਵਾਲੇ ਪਾਸੇ ਗਿਆ ਤੇ ਸੋਲਨ ਵਾਲੇ ਪਾਸੇ ਸਿਰ ਦੇ ਉੱਤੇ ਉਹਦੇ ਪੱਗ ਬੰਨੀ ਵੀ ਤੇ ਤੁਰਿਆ ਫਿਰਦਾ ਰੇਹੜੀ ਤੇ ਆ ਗਿਆ, ਭੁੱਖ ਲੱਗੀ ਜੀ, ਤੇ ਉਹਨੇ ਰੇਹੜੀ ਵਾਲੇ ਨੂੰ ਕਹਿੰਦਾ ਵੀ ਹਾਂ ਬਈ ਸਿਓ ਪਏ ਸੀ, ਕੀ ਪਾਇਆ ਸਿਓ? ਉਹਦਾ ਜ਼ਰੂਰ ਖਾਣੇ ਹੈ। ਕਹਿੰਦਾ ਹਾਂ ਦੱਸ ਦੇ ਯਾਰ, ਖੱਟੇ ਹੈ ਕਿ ਮਿੱਠੇ ਹੈ? ਜਦੋਂ ਖੱਟੇ ਤੇ ਮਿੱਠੇ ਕਿਤੇ ਉਹਦੀਆਂ ਅੱਖਾਂ ਦੀਆਂ ਦੇਖੀਆਂ ਉਹਨੇ, ਤੇ ਉਹ ਸਮਝ, ਉਹਨੂੰ ਤਾਂ ਕੋਈ ਪਤਾ ਨਾ ਲੱਗਿਆ ਵੀ ਆਪਾਂ ਤਾਂ ਸਿਓ ਹੀ ਮੰਗਦੇ, ਮੈਨੂੰ ਉਹਨੂੰ ਕੀ ਪਤਾ ਸੀ ਦਾ ਕੀ ਹੈ। ਨਾਲ ਜਿਹੜਾ ਇੱਕ ਲੋਕਲ ਬੰਦਾ ਸੀ ਉਹਨੇ ਹਾਲਾਤ ਸਮਝ ਲਏ। ਉਹ ਕਹਿੰਦਾ ਜੀ ਚਲੋ ਸਰਦਾਰ ਜੀ ਚਲੋ। ਉਹ ਖਿੱਚ ਕੇ ਲਿਆ ਕੇ ਤੇ ਉਹਨੇ ਉਹਨੂੰ ਬੱਸ 'ਚ ਵਾੜਿਆ ਸੋਲਨ ਤੋਂ ਇੱਧਰ ਨੂੰ ਚੰਡੀਗੜ੍ਹ ਵਾਲੇ ਪਾਸੇ ਨੂੰ। ਕਹਿੰਦਾ ਯਾਰ ਤੂੰ ਮੈਨੂੰ ਧੂਈ ਕਿਉਂ ਲੈਣਾ? ਕਹਿੰਦਾ ਤੂੰ ਬੰਦੇ ਦਾ ਉਹਦਾ ਮੂਡ ਨਹੀਂ ਦੇਖਿਆ ਸੀ ਜਦੋਂ ਤੂੰ ਅਸੀਂ ਖੱਟੇ ਹੈ ਕਿ ਮਿੱਠੇ ਹੈ? ਤੂੰ ਕਹਿੰਦਾ ਸਰਦਾਰ ਜੀ ਜ਼ਰੂਰ ਖਾਣੇ, ਇੰਦਰਾ ਗਾਂਧੀ ਮਰੀ ਪਈ ਹੈ, ਤੂੰ ਪਤੰਦਰਾ ਇੱਥੋਂ ਨਾ ਤਾਂ ਸਿਓ ਭਾਲਦਾ ਹੈ, ਤੇਰੀ ਪੱਗ ਹੀ ਇਹਨਾਂ ਨੂੰ ਜਿਹੜੀ ਹੈਗੀ ਐ ਲੱਗਦੀ ਹੈ ਵੀ ਜਿਵੇਂ ਤੂੰ ਹੀ ਇੰਦਰਾ ਗਾਂਧੀ ਮਾਰੀ ਹੋਵੇ। ਇਸ ਕਿਸਮ ਦਾ ਮਾਹੌਲ ਪੈਦਾ ਕੀਤਾ ਜਾਂਦਾ ਤਾਂ ਕਿ ਜਿਨ੍ਹਾਂ ਲੋਕਾਂ ਨੇ ਧਰਮ ਦੇ ਮਜ਼ਹਬ ਦੇ ਨਾਂ ਤੇ ਆਪਣੀਆਂ ਰੋਟੀਆਂ ਸੇਕਣੀਆਂ, ਉਹ ਆਪਦੀਆਂ ਰੋਟੀਆਂ ਸੇਕਦੇ ਰਹਿ ਸਕਣ। ਇਹ ਉਹਦਾ ਨਤੀਜਾ ਲੱਗਦਾ ਮੈਨੂੰ ਤਾਂ। ਇਹ ਕੰਮ ਢਿੱਲੋਂ ਸਾਹਿਬ ਸਾਰੇ ਇੰਡੀਆ ਦੇ ਵਿੱਚ ਵੀ ਇਹ ਮਾਹੌਲ ਜਿਹੜਾ ਮੈਂ ਕਹਿੰਦਾ ਇੰਡੀਆ ਤੋਂ ਬਾਹਰ ਨਿਕਲ ਗਿਆ। ਇਹ ਜਦੋਂ ਹੇਮਕੁੰਟ ਸਾਹਿਬ ਨੂੰ ਜਾਂਦੇ ਨਾ, ਉੱਥੇ ਵੀ ਉੱਥੇ ਤਾਂ ਬਹੁਤ ਹੁੰਦੀਆਂ, ਉਹ ਆਪਣੇ ਲੰਗਰ ਤੋਂ ਬੜੇ ਦੁਖੀ ਆ ਹੋਟਲਾਂ ਵਾਲੇ। ਕਹਿੰਦੇ ਰਾਹੀ 4 ਦਿਨ ਸਾਡੇ ਕਮਾਈ ਦੇ ਹੁੰਦੇ, ਤੁਸੀਂ ਮੁਫਤ 'ਚ ਕਹਿੰਦਾ ਲੋਕਾਂ ਨੂੰ ਰੋਟੀਆਂ ਖਵਾ ਦਿੰਦੇ। ਉਹ ਤਾਂ ਹੁਣ ਆਪਣੇ ਵੀ ਚੰਗੇ ਹੈ, ਆਪਣੇ ਜਿਹੜੇ ਥੋੜੇ ਜਿਹੇ ਗਰਮ ਖਿਆਲਾਂ ਦੇ ਲੋਕ ਆ ਉਹ ਲੰਗਰਾਂ ਵਾਲੇ ਦੇ ਉਲਟ ਜਾਂਦੇ ਆ। ਕਹਿੰਦੇ ਜਿੱਥੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਤੁਸੀਂ ਚੱਕ ਕੇ ਬਾਲਟੀਆਂ ਤੁਰ ਪੈਂਦੇ ਹੋ, ਤੁਸੀਂ ਸਾਡੀ ਮੂਵਮੈਂਟ ਨੂੰ ਖਰਾਬ ਕਰਦੇ ਹੋ। ਉਹ ਲੰਗਰਾਂ ਵਾਲਿਆਂ ਦੀ ਤਾਂ ਵਿਚਾਰੇ ਦੇ ਦੋਨਾਂ ਧਿਰਾਂ ਤੋਂ ਹੀ ਉਹ ਤਾਂ ਆ ਜਾਂਦੇ ਆ ਵਿਚਕਾਰ। ਜੀ ਜੀ, ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 9875 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 9875 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ
323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਢਿੱਲੋਂ ਸਾਹਿਬ, ਤੁਸੀਂ ਗੱਲ ਕੀਤੀ ਸੀ ਧਰਨੇ ਦੇ ਉੱਤੇ ਲੰਗਰ ਦੀ, ਤੇ ਹੁਣ ਧਰਨੇ ਦੇ ਉੱਤੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਪ੍ਰਕਾਸ਼ ਕਰਨ ਦਾ ਮਾਮਲਾ ਜਾਂ ਉਹਨਾਂ ਨੂੰ ਉੱਥੇ ਸੁਸ਼ੋਭਿਤ ਕਰਨ ਦਾ ਮਾਮਲਾ ਜਾਂ ਪਾਲਕੀ 'ਚ ਲੈ ਕੇ ਜਾਣ ਦਾ ਮਾਮਲਾ ਸਿੱਖ ਕੌਮ ਦੇ ਵਿੱਚ ਕਾਫੀ ਚਿੰਤਾ ਨਾਲ ਵਿਚਾਰਿਆ ਗਿਆ। ਉਸ ਦੇ ਉੱਤੇ ਇੱਕ ਕਮੇਟੀ ਬਣਾਈ ਗਈ ਸੀਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ। ਬਿਲਕੁਲ ਜੀ, 16 ਮੈਂਬਰੀ ਕਮੇਟੀ ਬਣਾਈ ਸੀ। ਔਰ ਇਸ 16 ਮੈਂਬਰੀ ਕਮੇਟੀ ਦੇ ਵਿੱਚ ਕਈ ਸਾਰੀਆਂ ਸੰਪਰਦਾਵਾਂ, ਕਈ ਅਕਾਲੀ ਆਗੂਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ, ਪ੍ਰਧਾਨ ਸਾਹਿਬ ਨੂੰ ਜੀ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਕਮੇਟੀ ਦੀ ਕੱਲ ਮੀਟਿੰਗ ਹੋਈ ਸੀ, ਔਰ ਮੀਟਿੰਗ ਹੋਈ ਸੀਗੀ ਤਖਤ ਆਪਣੇ ਜੀ ਕੇਸਗੜ੍ਹ ਸਾਹਿਬ। ਉੱਥੇ ਮੀਟਿੰਗ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਸਰਬਸੰਮਤੀ ਨਾਲ ਜੀ। ਪਹਿਲੀ ਗੱਲ ਤਾਂ ਆਪਾਂ ਨੂੰ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੀ ਹੈਗੀ ਕਮੇਟੀ ਬਣਾਉਣ ਦੀ ਲੋੜ ਕਿਉਂ ਪਈ। ਬਹੁਤ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਜੇ ਘਰਾਂ ਦੇ ਵਿੱਚ ਕੋਈ ਮਾੜਾ ਮੋਟਾ ਰਗੜਾ ਝਗੜਾ ਹੋ ਜਾਂਦਾ, ਕਿਸੇ ਦਾ ਕੋਈ ਬੰਦਾ ਬੇਔਲਾਦਾ ਹੈ, ਉਹਦਾ ਆਪਦੇ ਭਤੀਜੇ ਭਤੀਜੀਆਂ ਨਾਲ ਰਫੜ ਪੈ ਜਾਂਦਾ, ਉਹਦੀ ਇੱਜ਼ਤ ਨਾ ਕਰਦੇ, ਤੇ ਉਹ ਕਹਿੰਦਾ ਹੁੰਦਾ ਸੀ ਮੈਂ ਜ਼ਮੀਨ ਨਿੰਗਾ ਦੇਣਾ ਕਰਾ ਦੂੰ, ਜਾਂ ਮਤਲਬ ਹੈ ਵੀ ਜਿਹੜੇ ਹੈਗੇ ਕਿਤੇ ਕੋਈ ਝਗੜੇ ਵਾਲੀ ਜ਼ਮੀਨ ਹੁੰਦੀ, ਅਗਲਾ ਕਹਿੰਦਾ ਯਾਰ ਮੇਰੇ ਕੰਮ ਦੀ ਤਾਂ ਨਹੀਂ, ਉਹ ਕਹਿੰਦਾ ਲਓ ਜੀ ਮੈਂ ਤਾਂ ਅਰਦਾਸ ਕਰਤੀ ਤੇ ਨਿੰਗਾ ਸਿੰਘਾਂ ਨੂੰ ਦੇਤੀ। ਤੇ ਨਿੰਗਾ ਸਿੰਘਾਂ ਦੇ ਕੋਲੋਂ ਤਾਂ ਫਿਰ ਕੋਈ ਕਾਨੂੰਨ ਕਾਨੂੰਨ ਵਾਲੀ ਕੋਈ ਗੱਲ ਨਹੀਂ, ਉਹਦੀ ਤਾਂ ਆਪਣੇ ਲੈ ਕੇ ਘੋੜੇ ਤੇ ਲੈ ਕੇ ਅਸਤਰ ਸ਼ਸਤਰ ਆ ਕੇ ਕਹਿੰਦੇ ਜੀ ਪਾਲੀ ਛਾਉਣੀ ਜੀ, ਉਹਦਾ ਵਰਸੇਮ ਨਹੀਂ ਪਤਾ ਲੱਗਣ ਦਿੰਦੀ, ਰਾਹ ਜਾਂਦੇ ਕਿਸੇ ਦੀ ਤਾਂ। ਹਾਂ, ਤੇ ਨਾਲ ਦੀ ਨਾਲ ਹੀ ਜਿੱਥੇ ਨਿੰਗ ਸਿੰਘਾਂ ਦੀ ਛਾਉਣੀ ਲੱਗਦੀ ਹੈ ਜੀ, ਉੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲੈਂਦੀ। ਇਹਦੇ ਤੋਂ ਵੀ ਕਾਫੀ ਗੱਲਾਂ ਹੁੰਦੀਆਂ ਰਹੀਆਂ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਹਸਤੀ ਦੀ ਜਾਂ ਸਰੂਪ ਦੀ ਦੁਰਵਰਤੋਂ ਹੁੰਦੀ ਹੈ। ਇਹ ਵੈਸੇ ਢਿੱਲੋਂ ਸਾਹਿਬ ਮੈਂ ਤੁਹਾਨੂੰ ਦੱਸਦਾ, ਮੈਂ ਜੋ ਡੇ ਐਂਡ ਨਾਈਟ ਸੀ ਉਦੋਂ ਮੈਂ ਨਾ ਮਾਝੇ ਦੇ ਵਿੱਚ ਬੜਾ ਕੀਤਾ ਸੀਗਾ ਇਸ ਚੀਜ਼ ਨੂੰ ਲੈ ਕੇ, ਕਈ ਰਿਪੋਰਟਸ ਕੀਤੀਆਂ ਸੀ ਕਿ ਨਿਸ਼ਾਨ ਸਾਹਿਬ ਗੱਡ ਦਿੰਦੇ ਸੀ ਰੂੜੀਆਂ ਦੇ ਵਿੱਚ ਹੀ ਜਾ ਕੇ ਕਬਜ਼ੇ ਲੈ ਕੇ, ਉਦੋਂ ਫਿਰ ਨਿਸ਼ਾਨ ਸਾਹਿਬ ਪਟਾਏ ਗਏ ਸੀ ਇਸ ਮਾਮਲੇ। ਨਹੀਂ, ਉਹ ਤਾਂ ਹੁਣ ਵੀ ਜੇ ਆਪਾਂ ਦੇਖੀਏ ਹੁਣ ਵੀ ਘੱਟ ਨਹੀਂ ਹੈਗੇ। ਹੁਣ ਤੁਸੀਂ ਦੇਖੋ ਵੀ ਜੇ ਕਿਤੇ ਕਿਸੇ ਨੇ ਖਾਲ ਕੱਢਣਾ ਹੈ, ਉੱਥੋਂ ਦੀ ਖਾਲ ਲੱਗਦਾ, ਖਾਲ ਲਵਾਉਣਾ ਹੈ, ਖਾਲ ਵਾਲੀ ਥਾਂ ਦੇ ਉੱਤੇ ਇੱਕ ਕੋਠਾ ਪਾ ਕੇ ਨਾਲ ਦੀਆਂ ਢਾਹ ਕੇ ਖਾਲ, ਉਹਦੇ ਉੱਪਰ ਨਿਸ਼ਾਨ ਸਾਹਿਬ ਲਾ ਦਿੰਦੇ, ਲਓ ਜੀ ਅੰਦਰ ਤਾਂ ਅਸੀਂ ਦਰਬਾਰ ਸਾਹਿਬ ਰੱਖਤਾ, ਆਪਣਾ ਗ੍ਰੰਥ ਸਾਹਿਬ ਰੱਖਤਾ। ਇਸ ਕਿਸਮ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਮਤਲਬ ਕਬਜ਼ਿਆਂ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਦੁਰਵਰਤੋਂ ਹੋਣੀ ਜੀ, ਉਹਨਾਂ ਨੂੰ ਇਸਤੇਮਾਲ ਕਰਨਾ, ਉਹਨਾਂ ਦੀ ਨਜਾਇਜ਼ ਜਿਹੜੀ ਹੈਗੀ ਹੈ ਵਰਤੋਂ ਕਰਨੀ, ਇਹਦਾ ਰੌਲਾ ਕਾਫੀ ਪੈਂਦਾ ਰਿਹਾ। ਲੇਕਿਨ ਤਾਜ਼ਾ ਘਟਨਾਕ੍ਰਮ ਜਿਹੜਾ ਹੋਇਆ ਉਹ ਇਹ ਹੋਇਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਲਵਪ੍ਰੀਤ ਸਿੰਘ ਨਾਂ ਦੇ ਮੁੰਡੇ ਨੂੰ ਆਪਣਾ ਗ੍ਰਿਫਤਾਰ ਕੀਤਾ ਸੀ ਅਜਨਾਲਾ ਪੁਲਿਸ ਨੇ ਜੀ, ਔਰ ਉਹਦੇ ਤੇ ਇਲਜ਼ਾਮ ਇਹ ਸੀ ਕਿ ਉਹਨੇ ਆਪਣੇ ਹੀ ਕਿਸੇ ਸਾਥੀ ਦੀ ਕੁੱਟਮਾਰ ਕੀਤੀ ਹੈ ਜੀ। ਲਵਪ੍ਰੀਤ ਨੇ ਇਲਜ਼ਾਮ ਲਾਏ ਸੀ ਕਿ ਲਵਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ? ਲਵਪ੍ਰੀਤ ਗ੍ਰਿਫਤਾਰ ਕੀਤਾ ਸੀ। ਅੱਛਾ ਜੀ, ਲਵਪ੍ਰੀਤ ਗ੍ਰਿਫਤਾਰ ਕੀਤਾ ਸੀ। ਉਹ ਅਮਰਤਪਾਲ ਸਿੰਘ ਹੋਰਾਂ ਦਾ ਕਰੀਬੀ ਸੀ। ਅੱਛਾ ਜੀ, ਉਹਦੇ ਖਿਲਾਫ ਇਲਜ਼ਾਮ ਲਾਏ ਸੀ ਕਿਸੇ ਹੋਰ ਮੁੰਡੇ ਨੇ, ਉਹ ਵੀ ਇਹਨਾਂ ਦੇ ਨਾਲ ਜਥੇ ਦੇ ਵਿੱਚ ਹੀ ਹੁੰਦਾ ਸੀਗਾ, ਤੇ ਉਹਨੇ ਬੜੇ ਭਿਆਨਕ ਇਲਜ਼ਾਮਾਤ ਲਾਏ ਸੀ ਜੀ। ਉਹ ਕਹਿੰਦਾ ਮੈਂ ਇਹ ਸਾਰੀਆਂ ਗੱਲਾਂ ਅਮਰਤਪਾਲ ਸਿੰਘ ਨੂੰ ਵੀ ਦੱਸੀਆਂ ਸੀ, ਲੇਕਿਨ ਮੇਰੀਆਂ ਗੱਲਾਂ ਦੇ ਉੱਤੇ ਗੌਰ ਨਹੀਂ ਫਰਮਾਇਆ, ਉਲਟਾ ਮੈਨੂੰ ਕੁੱਟ ਮਾਰ ਕੇ ਚੱਕ ਕੇ ਲੈ ਕੇ ਕੁੱਟ ਮਾਰਿਆ, ਤੇ ਕੁੱਟਮਾਰ ਕਰਨ ਤੋਂ ਬਾਅਦ ਉਹ ਹਸਪੀਟਲ 'ਚ ਐਡਮਿਟ ਹੋ ਗਿਆ ਜੀ। ਉੱਥੇ ਪੁਲਿਸ ਵਾਲਿਆਂ ਨੇ ਉਹਦਾ ਬਿਆਨ ਲੈ ਲਿਆ। ਬਿਆਨ ਲੈਣ ਤੋਂ ਬਾਅਦ ਕੇਸ ਰਜਿਸਟਰ ਕਰ ਲਿਆ। ਉਸ ਕੇਸ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਦਾ ਵੀ ਨਾਂ ਸੀ ਜੀ, ਔਰ ਉਹ ਮੁੰਡਾ ਜਿਹੜਾ ਲਵਪ੍ਰੀਤ ਸਿੰਘ ਹੈ ਉਹਦਾ ਨਾਂ ਵੀ ਸੀ। ਅਮਰਤਪਾਲ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਜਾਂ ਤਾਂ ਇਮੀਡੀਏਟ ਉਹਨੂੰ ਰਿਹਾ ਕਰ ਦਿਓ, ਤੇ ਨਹੀਂ ਭਾਈ ਫਿਰ ਅਸੀਂ ਥਾਣੇ ਵੱਲ ਨੂੰ ਵਧਾਂਗੇ ਜੀ। ਔਰ ਨੈਕਸਟ ਡੇ ਥਾਣੇ ਵੱਲ ਵਧੇ ਵੀ। ਪੁਲਿਸ ਨੇ ਭਾਵੇਂ ਪ੍ਰਬੰਧ ਕੁਛ ਕੀਤਾ ਸੀ, ਪਰ ਉਹ ਪੁਲਿਸ ਨੇ ਉੱਥੇ ਕੋਈ ਜਿਹੜੀ ਸਖਤ ਕਾਰਵਾਈ ਨਹੀਂ ਕੀਤੀ ਜੀ। ਉੱਥੇ ਆਪੋਜੀਸ਼ਨ ਪਾਰਟੀਆਂ ਤਾਂ ਇਹ ਕਹਿੰਦੀਆਂ ਕਿ ਸਰਕਾਰ ਕਮਜ਼ੋਰ ਹੈ, ਤੇ ਸਰਕਾਰ ਦੀ ਕਮਜ਼ੋਰੀ ਦੀ ਵਜ੍ਹਾ ਕਾਰਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਲੇਕਿਨ ਪੁਲਿਸ ਦੇ ਵਿੱਚ ਜਿਹੜੇ ਗੁਰਸਿੱਖ ਬੰਦੇ ਸੀ ਉਹ ਕਹਿੰਦੇ ਸੀ ਅਸੀਂ ਇਸ ਗੱਲ ਤੋਂ ਕਰ ਸਕਦੇ ਸੀ ਸਾਰੀ ਕਾਰਵਾਈ, ਲੇਕਿਨ ਅਸੀਂ ਨਹੀਂ ਸੀ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਜਦੋਂ ਅਗਵਾਈ ਕਰ ਰਹੇ ਹੈ, ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੈ, ਤੇ ਅਸੀਂ ਕਿਸੇ ਕਿਸਮ ਦੀ ਕੋਈ ਗੱਲ ਕਰੀਏ ਜੇ ਪਾਣੀ ਦੀਆਂ ਵਿਛਾੜਾਂ ਵਗੈਰਾ ਵੀ ਮਾਰੀਏ ਤੇ ਬੇਅਦਬੀ ਹੋਊਗੀ। ਉਹ ਕਹਿੰਦੇ ਸੀ ਕੁੱਟ ਖਾ ਲਈ, ਕੁੱਟ ਖਾਣ ਦੇ ਬਾਵਜੂਦ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈਗਾ ਸਨਮਾਨ ਹੈ ਉਹਨੂੰ ਬਰਕਰਾਰ ਰੱਖਿਆ ਜੀ। ਇਹ ਗੱਲਾਂ ਚੱਲੀਆਂ। ਖੈਰ ਉਹ ਪੁਲਿਸ ਨੇ ਬਾਅਦ ਦੇ ਵਿੱਚ ਨੈਗੋਸ਼ੀਏਸ਼ਨ ਕੀਤੀ, ਭਾਈ ਅਮਰਤਪਾਲ ਸਿੰਘ ਹੋਰਾਂ ਨਾਲ ਨੈਗੋਸ਼ੀਏਸ਼ਨ ਕਰਨ ਤੋਂ ਬਾਅਦ ਲਵਪ੍ਰੀਤ ਸਿੰਘ ਨੂੰ ਛੱਡ ਵੀ ਦਿੱਤਾ, ਡਿਸਚਾਰਜ ਕਰਾਤਾ ਅਗਲੇ ਦਿਨ। ਉਨੀ ਦੇਰ ਤੱਕ ਕੋਈ ਜਿਹੜਾ ਉਹਨਾਂ ਦਾ ਸਾਰਾ ਇਕੱਠ ਹੈ ਉੱਥੇ ਬਰਕਰਾਰ ਰਿਹਾ ਸੀ ਜੀ। ਵੱਡੀ ਗੱਲ ਤਾਂ ਹੁਣ ਸਵਾਲ ਤਾਂ ਦਾਨੇ ਵਾਲੀ ਸਮੇਂ ਪੈਦਾ ਹੁੰਦਾ ਕਿ ਜੇ ਪੁਲਿਸ ਨੇ ਜਾਂਚ ਕੀਤੀ ਤੋਂ ਬਗੈਰ ਬੰਦੇ ਨੂੰ ਗ੍ਰਿਫਤਾਰ ਕਿਉਂ ਕੀਤਾ? ਕੇਸ ਰਜਿਸਟਰ ਕਰਾਉਣਾ ਕਿਸੇ ਵੀ ਬੰਦੇ ਦਾ
ਇੱਕ ਹੱਕ ਹੈ ਜੀ ਉਹ ਰਜਿਸਟਰ ਕਰਵਾ ਸਕਦਾ। ਕੇਸ ਠੀਕ ਹੈ ਕਿ ਗਲਤ ਹੈ, ਇਹ ਤਾਂ ਪੁਲਿਸ ਨੇ ਤਫਤੀਸ਼ ਦੇਖਣੀ ਹੈ। ਤਫਤੀਸ਼ ਦੇ ਵਿੱਚ ਪੁਲਿਸ ਨੇ ਗਲਤ ਕੇਸ ਦਰਜ ਕਿਉਂ ਕੀਤਾ, ਤੇ ਗਲਤ ਮੈਂ ਇਸ ਕਰਕੇ ਕਹਿੰਦਾ ਵੀ ਫਿਰ ਉਹਨੂੰ ਛੱਡਿਆ। ਜੀ ਤੇ ਜੇ ਉਹਨੂੰ ਦਬਾਅ ਥੱਲੇ ਆ ਕੇ ਛੱਡਿਆ ਤਾਂ ਇਹਦਾ ਮਤਲਬ ਫਿਰ ਆਪਾਂ ਕਵਾਂਗੇ ਪੁਲਿਸ ਦਬਾਅ ਥੱਲੇ ਆ ਗਈ। ਦਬਾਅ ਥੱਲੇ ਆ ਗਈ, ਪੁਲਿਸ ਨੇ ਕਾਨੂੰਨੀ ਕਾਰਵਾਈ ਕੋਈ ਨਹੀਂ ਕੀਤੀ। ਇਹਦਾ ਫਿਰ ਚਰਚਾ ਵਾਹਵਾ ਹੋ ਗਈ ਸੀ, ਬੜਾ ਅਖਬਾਰਾਂ ਦੇ ਵਿੱਚ ਵੀ ਗੱਲ ਚੱਲਦੀ ਰਹੀ। ਜੀ ਸਿੱਖ ਭਾਈਚਾਰਾ ਦੋ ਹਿੱਸਿਆਂ 'ਚ ਵੰਡਿਆ ਗਿਆ। ਕੁਝ ਤਾਂ ਲੋਕ ਕਹਿੰਦੇ ਸੀਗੇ ਵੀ ਫਿਰ ਹੁਣ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਉਹੀ ਅਗਵਾਈ ਕਰਨਗੇ ਜੀ ਸਿੱਖਾਂ ਦੇ ਜਿਹੜੇ ਹੈਗੇ ਸੰਘਰਸ਼ਾਂ ਦੀ, ਸਿੱਖਾਂ ਦੇ ਹੱਕਾਂ ਹਕੂਕਾਂ ਦੀ। ਜੀ ਲੇਕਿਨ ਕੁਝ ਲੋਕਾਂ ਦਾ ਇਹ ਮੰਨਣਾ ਸੀ ਕਿ ਗਲਤ ਹੋਇਆ, ਗੁਰੂ ਗ੍ਰੰਥ ਸਾਹਿਬ ਨਹੀਂ ਹੋਣਾ ਚਾਹੀਦਾ, ਔਰ ਉਹ ਇਸ ਗੱਲ ਦੀ ਦਲੀਲ ਵੀ ਦਿੰਦੇ ਆ ਜੀ ਕਿ ਪੰਜਾਬ ਦੇ ਖਾੜਕੂ ਦੌਰ ਦੇ ਵਿੱਚ ਵੀ ਅਜਿਹਾ ਕੁਝ ਨਹੀਂ ਸੀ ਹੋਇਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਦੋਂ ਗ੍ਰਿਫਤਾਰੀ ਦਿੱਤੀ ਹੈ, ਜੀ ਉਹਨਾਂ ਨੇ ਇਹ ਕੰਡੀਸ਼ਨ ਤਾਂ ਲਾਤੀ ਸੀ ਕਿ ਮੈਨੂੰ ਕੋਈ ਗੁਰਸਿੱਖ ਗ੍ਰਿਫਤਾਰ ਕਰੇ, ਜੀ ਲੇਕਿਨ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਾਲ ਲੈ ਕੇ ਜਾਵਾਂਗੇ। ਇਹ ਉਹਨਾਂ ਨੇ ਰੋਕਤਾ ਸੀ। ਇਹਦੇ ਤੇ ਫਿਰ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਆਪਣੀ ਇੱਕ ਕਮੇਟੀ ਬਣਾਤੀ ਸੀ। ਜੀ ਕੱਲ੍ਹ ਉਸ ਕਮੇਟੀ ਨੇ ਸਰਬਸੰਮਤੀ ਨਾਲ ਰਿਪੋਰਟ ਦੇਤੀ ਹੈ, ਔਰ ਉਹ ਰਿਪੋਰਟ ਜਿਹੜੀ ਹੈਗੀ ਸੀਲਬੰਦ ਹੈ। ਜੀ ਗਈ ਉਹ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਹਿਬ ਕੋਲੇ। ਉਹ ਹੁਣ ਕੀ ਕਰਨਗੇ ਅਜੇ ਤੱਕ ਉਹਦਾ ਸਾਰ ਤੱਤ ਕੋਈ ਪਤਾ ਨਹੀਂ, ਪਰ ਜਿਹੜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅੱਜ ਬਿਆਨ ਲੱਗਿਆ ਹੋਇਆ, ਜੀ ਜੇ ਉਸ ਬਿਆਨ ਨੂੰ ਡੂੰਘਾਈ ਦੇ ਨਾਲ ਆਪਾਂ ਬਚੀਏ ਤਾਂ ਉਹਦੇ 'ਚ ਉਹ ਕਹਿੰਦੇ ਆ ਕਿ ਸਰਬਸੰਮਤੀ ਦੀ ਰਿਪੋਰਟ ਦਿੱਤੀ। ਜੀ ਇਸ ਰਿਪੋਰਟ ਨੂੰ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਊਗਾ ਤੇ ਫਿਰ ਸਿੰਘ ਸਹਿਬਾਨ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਜੀ ਇਹਦਾ ਮਤਲਬ ਜੋ ਕੁਝ ਹੋਇਆ ਉੱਥੇ ਦਿਸ਼ਾ ਨਿਰਦੇਸ਼ ਕਰਨ ਦੀ ਲੋੜ ਨਹੀਂ, ਤਾਂ ਚੱਲੀ ਜਾਂਦਾ। ਚੱਲੀ ਜਾਂਦਾ। ਹਾਂ ਜੇ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਤਾਂ ਫਿਰ ਦਿਸ਼ਾ ਨਿਰਦੇਸ਼ ਜਾਰੀ ਇਹ ਹੋਊਗਾ ਕਿ ਕਬਜ਼ਿਆਂ ਵਾਸਤੇ, ਧਰਨਿਆਂ ਮੁਜ਼ਾਹਰਿਆਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦਾ ਜਿਹੜਾ ਇਸਤੇਮਾਲ ਨਾ ਕੀਤਾ ਜਾਵੇ। ਮੈਨੂੰ ਜਾਪਦੀ ਹੈ ਕਿ ਇਹ ਜਿਹੜਾ ਹੈਗਾ ਗੁਰਮਤਾ ਉਹ ਇਹੀ ਆ ਰਿਹਾ, ਇਹੀ ਆਉਣਾ ਵੀ ਚਾਹੀਦਾ। ਬਿਲਕੁਲ ਆਉਣਾ ਵੀ। ਤੇ ਉਧਰ ਫਿਰ ਕਹਿੰਦੇ ਨੌਕਰੀ ਬਾਰੇ ਜ਼ਮੀਨ, ਇਹ ਕੀ ਕਹਾਣੀ ਹੈ ਜੀ ਰਾਵੜੀ ਤੋਂ ਜਿਹੜੀ? ਅਸਲ 'ਚ ਰਾਬੜੀ ਦੇ ਵੀ ਤੁਹਾਨੂੰ ਪਤਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਇਸ ਵੇਲੇ ਉਹ ਬਿਹਾਰ ਦੀ ਵਿਧਾਨ ਪਰਿਸ਼ਦ ਦੀ ਮੈਂਬਰ ਹੈ। ਜੀ ਉਹਦਾ ਮੁੰਡਾ ਡਿਪਟੀ ਮੁੱਖ ਮੰਤਰੀ ਹੈ ਬਿਹਾਰ ਦਾ, ਜਿਹਦਾ ਨਾਂ ਤੇਜਸਵੀ ਯਾਦਵ ਹੈ। ਜੀ ਦੂਜਾ ਮੁੰਡਾ ਉਹਦਾ ਜਿਹੜਾ ਹੈਗਾ ਉਹ MLA ਹੈ। ਲਾਲੂ ਪ੍ਰਸਾਦ ਯਾਦਵ ਉਦੋਂ ਜੇਲ੍ਹ ਸੀ ਜਦੋਂ ਚੋਣਾਂ ਹੋਈਆਂ। ਇਹਦੇ ਬਾਵਜੂਦ ਵੀ ਮਤਲਬ ਉਹਨਾਂ ਨੇ ਚੋਣਾਂ ਦੇ ਵਿੱਚ ਚੰਗੀ ਆਪਦੀ ਪਰਫਾਰਮੈਂਸ ਦਿਖਾਈ, ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰੀ ਸੀ। ਜੀ ਪਹਿਲਾਂ ਜਿਹੜੇ ਹੈਗੇ ਨਤੀਸ਼ ਕੁਮਾਰ ਬੀਜੇਪੀ ਨਾਲ ਮਿਲ ਕੇ ਉਹਨਾਂ ਨੇ ਇਲੈਕਸ਼ਨ ਲੜੀ ਸੀ, ਬਾਅਦ ਦੇ ਵਿੱਚ ਫਿਰ ਉਹਨਾਂ ਨੇ ਬੀਜੇਪੀ ਨਾਲ ਤੋੜ ਵਿਛੋੜਾ ਕਰ ਲਿਆ ਤੇ ਇਹਨਾਂ ਦੇ ਨਾਲ ਨਾਤਾ ਜੋੜ ਲਿਆ ਸੀ ਤੇ ਹੁਣ ਨਤੀਸ਼ ਕੁਮਾਰ ਮੁੱਖ ਮੰਤਰੀ ਹੈ, ਡਿਪਟੀ ਮੁੱਖ ਮੰਤਰੀ ਹੈ ਤੇਜਸਵੀ ਯਾਦਵ। ਜੀ ਲਾਲੂ ਪ੍ਰਸਾਦ ਯਾਦਵ ਬਿਮਾਰ ਹੈ ਬਹੁਤ ਜ਼ਿਆਦਾ, ਉਹਨਾਂ ਦੀ ਜਿਹੜੀ ਕਿਡਨੀ ਹੈ ਉਹ ਖਰਾਬ ਹੋ ਗਈ ਸੀ ਔਰ ਸਿੰਗਾਪੁਰ ਜਾ ਕੇ ਉਹਨਾਂ ਨੇ ਆਪਣੀ ਕਿਡਨੀ ਟ੍ਰਾਂਸਪਲਾਂਟ ਕਰਾਈ ਵੀ ਹੈ ਤੇ ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਦਿੱਤਾ ਸੀ, ਆਪਣੀ ਉਹ ਕਿਡਨੀ ਦਿੱਤੀ ਸੀ। ਜੀ ਇਸ ਵੇਲੇ ਉਹ ਦਿੱਲੀ 'ਚ ਆਪਣੀ ਧੀ ਹੈ, ਜਿਹੜੀ ਧੀ ਦਾ ਨਾਮ ਮੀਸਾ, ਮੀਸਾ ਦੇ ਘਰੇ ਉਹ ਆਪਦਾ ਆਰਾਮ ਫਰਮਾ ਰਹੇ। ਤੇ ਉਸੇ ਸਮੇਂ ਦੌਰਾਨ ਕਹਿੰਦੇ ਜੀ ਜਦੋਂ ਲਾਲੂ ਪ੍ਰਸਾਦ ਯਾਦਵ ਰੇਲਵੇ ਮੰਤਰੀ ਹੁੰਦਾ ਸੀ ਜੀ ਉਦੋਂ ਨੇ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਅੱਛਾ। ਔਰ ਉਹ ਨੌਕਰੀਆਂ ਦੇ ਬਦਲੇ ਕਹਿੰਦੇ ਪੈਸੇ ਵੀ ਲਏ। ਤੇ ਹੁਣ ਜਿਹੜਾ ਤਾਜ਼ਾ ਕੇਸ ਹੈ ਕਹਿੰਦੇ ਪੈਸੇ ਵੀ ਲੈਣ ਤੋਂ ਇਲਾਵਾ ਜ਼ਮੀਨ ਵੀ ਲਈ ਹੈ। ਅੱਛਾ। ਕਿ ਕੁਝ ਲੋਕਾਂ ਨੂੰ ਕਹਿੰਦਾ ਸਾਨੂੰ ਜ਼ਮੀਨ ਹੀ ਲਿਖਾ ਦਿਓ, ਜਿਵੇਂ ਮੈਂ ਵੇਖ ਸੁਣਿਆ ਜਿਵੇਂ ਆਪਣੇ ਕੈਨੇਡਾ 'ਚ ਕਈ ਬੰਦੇ ਹੈਗੇ ਨਾ, ਉੱਥੇ ਜਵਾਕਾਂ ਨੂੰ ਗੱਡੀਆਂ ਦੇ ਦਿੰਦੇ ਤੇ ਪੰਜਾਬ 'ਚ ਜ਼ਮੀਨ ਲਿਖਾ ਲੈਂਦੇ ਆ। ਬਸ ਉਹੀ ਕੁਛ ਕਹਿੰਦੇ ਵੀ ਉਹਨਾਂ ਨੇ ਜਿਹੜੀ ਹੈਗੀ ਹੈ ਜ਼ਮੀਨ ਪਟਨੇ ਦੇ ਵਿੱਚ ਹੀ ਜ਼ਮੀਨ ਬਣਾਈ ਹੈ ਜਿਹੜੀ। ਜੀ ਇੱਕ ਘਰ ਦੇ ਕਹਿੰਦੇ 3 ਮੁੰਡੇ ਲੱਗੇ ਹੋਏ ਨੌਕਰੀ ਦੇ ਉੱਤੇ ਲੱਗੇ ਤੇ ਉਹਨਾਂ ਨੇ ਕਹਿੰਦੇ ਉਹਨਾਂ ਨੂੰ ਜ਼ਮੀਨ ਮੁੱਲ ਲੈ ਕੇ ਦੇਤੀ। ਜੀ ਚਾਹੇ ਮਤਲਬ ਸਿੱਧੇ ਪੈਸੇ ਫੜਾਉਣ ਦੀ ਬਜਾਏ ਉਹ ਕਹਿੰਦੇ ਵੀ ਪੈਸੇ ਉਹਨਾਂ ਨੇ ਜਿਹੜੀ ਜ਼ਮੀਨ ਦਾ ਸੌਦਾ ਕੀਤਾ ਉਹਨਾਂ ਨੂੰ ਪੇਮੈਂਟ ਕਰਤੀ। ਜੀ ਜੀ ਕਿ ਅਸੀਂ ਪੈਸੇ ਨੂੰ ਹੱਥ ਲੈਂਦੇ ਜ਼ਮੀਨ ਸਾਡੇ ਨਾਂ ਆ ਜੇ। ਇਸ ਕਿਸਮ ਦੇ ਕਹਿੰਦੇ ਕਾਫੀ ਸਾਰੇ ਜਿਹੜੇ ਹੈਗੇ ਮਾਮਲੇ ਸਾਹਮਣੇ ਆਏ ਹੈ ਜੀ। ਇਹ CBI ਕਹਿੰਦੇ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਸੀ। ਕੱਲ ਰਾਬੜੀ ਦੇਵੀ ਤੋਂ ਉਹਨਾਂ ਦੇ ਘਰ ਜਾ ਕੇ ਪੁੱਛਗਿੱਛ ਕੀਤੀ। ਜੀ ਅੱਜ ਜਿਹੜੇ ਹੈਗੇ ਆ ਲਾਲੂ ਪ੍ਰਸਾਦ ਯਾਦਵ ਤੋਂ ਪੁੱਛਗਿੱਛ ਕਰ ਰਹੇ ਔਰ ਉਹ ਪੁੱਛਗਿੱਛ ਜਿਹੜੀ ਹੈ ਕੀਤੀ ਹੈ ਤੁਹਾਡੀ ਇੱਥੇ ਦਿੱਲੀ ਦੇ ਵਿੱਚ। ਜੀ ਲੇਕਿਨ ਲਾਲੂ ਦੀ ਜਿਹੜੀ ਛੋਟੀ ਬੇਟੀ ਹੈ ਉਹਨੇ ਇੱਕ ਬੜੀ ਵੱਡੀ ਧਮਕੀ ਦਿੱਤੀ ਹੈ। ਅੱਛਾ। ਉਹਨੇ ਕਿਹਾ ਕਿ ਜੇ ਮੇਰੇ ਪਾਪਾ ਨੂੰ ਕੋਈ ਇਹਦਾ ਨੁਕਸਾਨ ਹੋਇਆ ਇਸ ਪੁੱਛਗਿੱਛ ਦਾ ਫਿਰ ਇਹ ਦੇਖ ਲਓ ਕਿ ਜਿਹੜੇ ਆ ਦਿੱਲੀ ਕੁਰਸੀਆਂ ਤੇ ਬੈਠੇ ਕੁਰਸੀਆਂ ਹਿਲਾ ਦਿਆਂਗੇ। ਅੱਛਾ ਜੀ। ਐਡਾ ਵੱਡਾ ਮਤਲਬ ਉਹਨਾਂ ਨੇ ਇੱਕ ਕਿਸਮ ਦਾ ਦਲੇਰੀ ਵਾਲਾ ਬਿਆਨ ਹੀ ਦਿੱਤਾ ਵਾ। ਨਿਕਲਦਾ ਇਹਦੇ ਵਿੱਚੋਂ ਕੀ ਹੈ, ਪਰ ਇੱਕ ਗੱਲ ਸਪਸ਼ਟ ਹੈ ਕਿ ਲਾਲੂ ਪ੍ਰਸਾਦ ਯਾਦਵ ਤੋਂ ਇਸ ਮਾਮਲੇ ਦੇ ਵਿੱਚ ਜਾਂ ਰਾਬੜੀ ਦੇਵੀ ਤੋਂ ਪਹਿਲੀ ਵਾਰੀ ਪੁੱਛਗਿੱਛ ਨਹੀਂ ਹੋਈ। ਅੱਛਾ ਜੀ। ਪਹਿਲਾਂ ਵੀ ਪੁੱਛਗਿੱਛ ਹੋਈ ਹੈ। ਜੇ ਪਹਿਲਾਂ ਵੀ ਪੁੱਛਗਿੱਛ ਹੋਈ ਹੈ ਜਿਹੜਾ ਕੇਸ ਬਣਦਾ ਬਣਾ ਦਿਓ ਤੁਸੀਂ, ਉਹ ਜਾਣ ਆਪਦਾ ਟ੍ਰਾਇਲ ਭੁਗਤਣ ਵਾਰ-ਵਾਰ। ਜੇ ਤੁਸੀਂ ਬੰਦੇ ਨੂੰ ਖਾਸ ਕਰਕੇ ਜਿਹਦੀ ਕਿਡਨੀ ਟ੍ਰਾਂਸਪਲਾਂਟ ਹੋਈ ਵੀ ਹੈ ਜੀ
ਉਹਨੂੰ ਤਾਂ ਮਤਲਬ ਇਨਫੈਕਸ਼ਨ ਤੋਂ ਬਚਣ ਦੇ ਲਈ ਬੜਾ ਅਹਤਿਆਤ ਰੱਖਣਾ ਪੈਂਦਾ ਹੈ। ਤੇ ਹੁਣ ਪਤਾ ਨਹੀਂ ਕਿਸੇ ਕਿੰਨੂੰ ਜਿਹੜੇ ਬੰਦੇ, ਚਲੋ ਆਪਾਂ ਤਾਂ ਕਹਿੰਦੇ ਵੀ ਉਹ ਰਾਜੀ ਖੁਸ਼ੀ ਹੋਣ, ਜਿਹੜੇ CBI ਵਾਲੇ ਪੁੱਛਗਿੱਛ ਕਰਨ ਆਏ ਵਾਸਤੇ ਆਏ ਹੋਣਗੇ, ਪਰ ਜੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਲਾਗ ਦੀ ਬਿਮਾਰੀ ਹੋਵੇ ਤਾਂ ਫਿਰ ਤਾਂ ਰਗੜਿਆ ਗਿਆ, ਕਿਡਨੀ ਵਾਲੇ ਤਾਂ ਪਾਣੀ ਵੈਸੇ ਵੀ ਗਿਆ। ਹਾਂ, ਇਸ ਕਰਕੇ ਮਤਲਬ ਜਿਹੜੀ ਹੈ ਕਈ ਵਾਰੀ, ਕਿਉਂਕਿ ਲਾਲੂ ਪ੍ਰਸਾਦ ਯਾਦਵ ਭਾਰਤ ਦੇ ਵਿੱਚ ਉਹ ਲੀਡਰ ਹੈ ਜਿਹੜਾ ਜੇਲ੍ਹ ਦੇ ਵਿੱਚ ਵੀ ਰਹਿ ਗਿਆ, ਪਰ ਉਹਨੇ ਭਾਰਤੀ ਜਨਤਾ ਪਾਰਟੀ ਤੇ RSS ਨੂੰ ਕਦੇ ਬਖਸ਼ਿਆ ਨਹੀਂ ਬਿਲਕੁਲ। ਇਹਨਾਂ ਦੇ ਨਾਲ ਉਹਨੇ ਕਦੇ ਸਮਝੌਤਾ, ਉਹ ਬੰਦਾ ਅਜਿਹਾ ਬੰਦਾ ਹੈ ਜਿਹੜਾ ਬੜਾ ਕਲੀਅਰ ਕੱਟ ਆ, ਜਿਹੜਾ ਰਾਜਨੀਤਿਕ ਤੌਰ ਤੇ ਜਿੰਨੀ ਕਲੈਰਿਟੀ ਲਾਲੂ ਪ੍ਰਸਾਦ ਯਾਦਵ ਦੇ ਵਿੱਚ ਕਿਸੇ 'ਚ ਵੀ ਨਹੀਂ ਹੈ ਜੀ। ਜੋ ਸਟੈਂਡ ਉਹਦਾ day 1 ਤੋਂ ਸੀ, ਉਸੇ ਸਟੈਂਡ ਦੇ ਉੱਤੇ ਰਹੇ, ਕਦੇ ਉਹ ਆਪਣੇ ਸਟੈਂਡ ਤੋਂ ਬਦਲਿਆ ਨਹੀਂ। ਤੇ ਲੱਗਦਾ ਇਹ ਹੈ ਕਿ ਹੁਣ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਜੀ ਉਹਨੂੰ ਇਹ ਸ਼ਾਇਦ ਕਿ ਡਰਾਉਣ ਦੀ ਕਾਰਵਾਈ ਵੀ ਹੈ, ਕਿਉਂਕਿ ਦਾਨੀਆਲੀਆ ਸਾਹਿਬ ਆਪਾਂ ਬਹੁਤ ਤਾਰੀਫ ਕਰਦੇ ਰਹੇ ਹਾਂ ਮਮਤਾ ਬੈਨਰਜੀ ਦੀ ਜੀ ਕਿ ਬੜੀ ਆਇਰਨ ਲੈਡੀ ਹੈ, ਲੇਕਿਨ ਉੱਥੇ 5-4 ਬੰਦੇ ਫੜ ਲਏ ਸੀ ਜੀ, ਫਿਰ ਭਤੀਜ ਨੂੰ ਉਹਨੂੰ ਵੀ ਬੁਲਾ ਲਿਆ ਸੀ। ਉਸ ਤੋਂ ਬਾਅਦ ਮਮਤਾ ਬੈਨਰਜੀ ਦੇ ਤੇਵਰਾਂ ਦੇ ਵਿੱਚ ਫਰਕ ਹੈ ਜੀ। ਹੁਣ ਤਾਂ ਉਹਨੇ ਬਿਆਨ ਵੀ ਦਿੱਤਾ ਨਾ ਵੀ 2024 ਚ ਇਕੱਲੇ ਚ ਲੜਾਂਗੇ, ਤੇ ਜੇ ਇਕੱਲੇ ਲੜਨਗੇ ਤੇ ਫਿਰ ਉਹਦਾ ਫਾਇਦਾ ਕੀ ਨਾ। ਪਰ ਲਾਲੂ ਯਾਦਵ ਦੇ ਉੱਤੇ ਉਹਨੂੰ ਜੋ ਮਰਜ਼ੀ ਕਹੀ ਜਾਣ, ਲਾਲੂ ਕਦੇ ਡਰਿਆ ਨਹੀਂ, ਕਦੇ ਚਿਪਿਆ ਨਹੀਂ, ਉਹ ਖੜਾ ਉੱਥੇ। ਇਹੀ ਕਾਰਨ ਹੈ ਕਿ ਜਿਹੜੇ ਬਿਹਾਰ ਦੇ ਵਿੱਚੋਂ, ਜਿਵੇਂ ਉਹ ਕਹਿੰਦੇ ਸੀ ਨਾ ਵੀ ਆਮ ਤੌਰ ਤੇ ਕੁਝ ਜੁਮਲਾ ਚੱਲਦਾ ਹੁੰਦਾ ਸੀ ਕਿ ਲਾਲੂ ਕੀ ਹੈ ਕਿ ਜਬ ਤੱਕ ਸਮੋਸੇ में आलू रहेगा बिहार में लालू रहेगा। ਲਾਲੂ ਅੱਜ ਹੈਗਾ, ਲਾਲੂ ਦਾ ਪਰਿਵਾਰ ਹੈਗਾ, ਉਹ ਇਸੇ ਕਰਕੇ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ। ਤੇ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਜੁੜਦੇ।